ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮਹਾਰਾਜ ਨੇ ਕਿਰਪਾ ਕੀਤੀ, ਸਾਨੂੰ ਅਭਿਆਸ ਕਰਨ ਦਾ ਮੌਕਾ ਬਖਸ਼ਿਆ ਸਾਰਿਆਂ ਨੂੰ। ਸਾਸ ਗ੍ਰਾਸ ਸਿਮਰਨ ਤੋਂ ਬਾਅਦ ਸਾਸ ਸਿਮਰਨ ਕੀਤਾ। ਇੱਕ ਗੁਰਮੁਖਾਂ ਨੇ ਸਵਾਲ ਪੁੱਛਿਆ ਹੋਇਆ ਕਮੈਂਟਸ ਦੇ ਵਿੱਚ। ਉਹਨਾਂ ਨੇ ਕਿਹਾ ਹੋਇਆ ਕਿ ਵਾਹਿਗੁਰੂ ਜੀ, ਕੈਨ ਯੂ ਪਲੀਜ਼ ਐਕਸਪਲੇਨ ਦ ਡਿਫਰੈਂਸ ਬਿਟਵੀਨ ਸਾਸ ਐਂਡ ਸਾਸ ਗ੍ਰਾਸ ਸਿਮਰਨ ਐਂਡ ਦ ਪਰਪਸ ਆਫ ਦ ਟੂ ਟੈਕਨੀਕਸ। ਸੋ ਜਿਹੜਾ ਸਾਡਾ ਮਕਸਦ ਹੈ, ਪਰਪਸ ਆ ਸਿਮਰਨ ਕਰਨ ਦਾ, ਸਾਸ ਗ੍ਰਾਸ ਹੋਵੇ ਜਾਂ ਸਾਸ, ਉਹ ਮਕਸਦ ਤਾਂ ਅਸਲ ਵਿੱਚ ਤਾਂ ਇੱਕ ਹੀ ਆ। ਦੈਟ ਪਰਪਸ ਇਜ਼ ਵਨ, ਦੈਟ ਅਸੀਂ ਆਪਣੇ ਮਨ ਨੂੰ ਵਿਚਾਰਾਂ ਤੋਂ ਰਹਿਤ ਕਰਨਾ ਚਾਹੁੰਦੇ ਹਾਂ ਕਿ ਵਿਚਾਰ ਜਿਹੜੇ ਆ ਸਾਡੇ ਖਤਮ ਹੋ ਜਾਣ ਅਤੇ ਅਸੀਂ ਭਵ ਸਾਗਰ ਨੂੰ ਪਾਰ ਕਰ ਲਈਏ। ਹੁਣ ਇਹ ਜਿਹੜੀਆਂ ਵੱਖ-ਵੱਖ ਜੁਗਤੀਆਂ ਅਸੀਂ ਅਪਣਾਉਂਦੇ ਹਾਂ, ਵੀ ਯੂਜ਼ ਡਿਫਰੈਂਟ ਟੈਕਨੀਕਸ ਟੂ ਟਰਾਈ ਟੂ ਅਕੰਪਲਿਸ਼ the stillness of our mind, to be thoughtless. And the two primary techniques we use, ਪਹਿਲੇ ਦੋ ਜੁਗਤੀਆਂ ਅਸੀਂ ਇਸਤੇਮਾਲ ਕਰਦੇ ਹਾਂ, ਉਹ ਹੈ ਸਾਸ ਗ੍ਰਾਸ ਸਿਮਰਨ ਅਤੇ ਸਾਸ ਸਿਮਰਨ। ਹੁਣ ਇਹਨਾਂ ਦੇ ਵਿੱਚ ਫਰਕ ਇੰਨਾ ਆ ਕਿ ਸਾਸ ਦੇ ਵਿੱਚ ਇੱਦਾਂ ਥੋੜ੍ਹਾ ਜਿਹਾ ਪਾਉਣ ਇੱਦਾਂ ਖਿੱਚ ਕੇ ਅਸੀਂ ਲੈ ਰਹੇ ਹਾਂ, ਅਤੇ ਸਾਸ ਗ੍ਰਾਸ ਦੇ ਵਿੱਚ ਥੋੜ੍ਹੀ ਸਾਸਾਂ ਦੀ ਗਰਾਹੀ ਜਿੱਦਾਂ ਨੈਚੁਰਲੀ ਸਾਨੂੰ ਆਉਂਦਾ ਸਾਹ, ਉਹਦਾ ਇਸਤੇਮਾਲ ਕਰ ਰਹੇ ਹਾਂ। ਹੁਣ ਇਹ ਜਿਹੜੇ ਪਾਉਣ ਆ, ਦ ਏਅਰ ਦੈਟ ਵੀ ਬਰੀਥ, ਮਹਾਰਾਜ ਸਾਨੂੰ ਗਰਾਹੀ ਸਾਡੇ ਮੁੱਖ ਦੇ ਵਿੱਚ ਪਾ ਰਿਹਾ ਆ। ਲਾਈਕ ਜਿੱਦਾਂ ਬੁਰਕੀ ਪਾਈ ਦੀ ਬੱਚੇ ਦੇ ਮੂੰਹ ਦੇ ਵਿੱਚ, ਇੱਦਾਂ ਪਰਮਾਤਮਾ ਸਾਡੇ ਮੁੱਖ ਦੇ ਵਿੱਚ ਪਾਉਣ ਦੀ ਗਰਾਹੀ ਪਾ ਰਿਹਾ, ਜਿਸ ਨੂੰ ਮਹਾਰਾਜ ਕਹਿੰਦੇ ਆ, ਆਪੇ ਕਰਤਾ ਕਰ ਕਰ ਵੇਖੈ ਦੇਦਾ ਸਾਸ ਗਰਾਹਾ ਹੈ। ਕਿ ਕਰਤਾ ਪੁਰਖ, ਅਕਾਲ ਪੁਰਖ, ਜਿਨ੍ਹਾਂ ਨੇ ਸਾਰੀ ਸਿਰਜਣਾ ਕੀਤੀ, ਉਹ ਸਾਡੇ ਮੁੱਖ ਦੇ ਵਿੱਚ ਸਵਾਸਾਂ ਦੀ ਗਰਾਹੀ ਪਾ ਰਿਹਾ ਹੈ, ਜਿਹਨੂੰ ਕਹਿੰਦੇ ਆਪੇ ਕਰਤਾ ਕਰ ਕਰ ਵੇਖੇ ਦੇਦਾ ਸਾਸ ਗਰਾਹਾ ਹੈ। ਗਰਾਹਾ ਬੁਰਕੀ ਨੂੰ ਕਹਿ ਦਿੱਤਾ। ਅਤੇ ਇਹ ਜਿਹੜਾ ਸਾਹ ਸਾਨੂੰ ਅੰਦਰ ਜਾਂਦਾ ਆ, ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਹੈ ਕਿ ਹਰੇਕ ਸਵਾਸ 'ਤੇ ਅਸੀਂ ਪਰਮਾਤਮਾ ਦੇ ਨਾਮ ਦੀ ਮੋਹਰ ਲਾਉਣੀ ਹੈ, ਜਿਹਨੂੰ ਕਹਿੰਦੇ ਆ ਇੱਕ ਇੱਕ ਦਮ ਆ, ਇਹ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਜਦੋਂ ਅਸੀਂ ਸਵਾਸ ਉਂਝ ਲੈਂਦੇ ਹਾਂ, ਫੁਰਨਿਆਂ ਦੇ ਵਿੱਚ ਹੁੰਦੇ, ਸਾਡਾ ਜਿਹੜਾ ਦਮ ਆ ਬਿਰਥਾ ਚਲੇ ਜਾਂਦਾ ਹੈ। ਅਤੇ ਜਦੋਂ ਅਸੀਂ ਇੱਥੇ ਨਾਮ ਗੁਰਮੰਤਰ ਦੀ ਮੋਹਰ ਲਾਉਂਦੇ ਹਾਂ, ਕੀ ਹੁੰਦਾ ਹੈ ਕਿ ਸਾਡਾ ਜਿਹੜਾ ਮਨ ਆ, ਉਸ ਵੇਲੇ ਇਸ ਪਾਉਣ ਨੂੰ ਨਾਮ ਦੀ ਮੋਹਰ ਲਾ ਕੇ, ਗੁਰਮੰਤਰ ਦੀ ਮੋਹਰ ਉੱਤੇ ਲਾ ਕੇ, ਇਸ ਪਾਉਣ ਨੂੰ ਵੀ ਸ਼ੁੱਧ ਕਰ ਰਿਹਾ ਹੁੰਦਾ। ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਕਿ ਮੈਲਾ ਮੋਤੀ ਮੈਲਾ ਹੀਰ, ਮੈਲਾ ਪਾਉਣ ਪਾਵਕ ਰਨੀਰ, ਕਿ ਜੋ ਵੀ ਸਾਨੂੰ ਇੱਥੇ ਦਿਸਦਾ ਸੀ ਨਾ ਸੰਸਾਰ ਵਿੱਚ, ਸਾਰਾ ਮੈਲਾ ਆ। ਜਦੋਂ ਅਸੀਂ ਪ੍ਰਮਾਤਮਾ ਦੀ ਸਿਫਤ ਸਲਾਹ ਕਰਦੇ ਹਾਂ, ਜਦੋਂ ਅਸੀਂ ਪ੍ਰਮਾਤਮਾ ਦਾ ਨਾਮ ਉਚਾਰਨ ਕਰਦੇ ਹਾਂ, ਅਤੇ ਸਾਡੀ ਜਿਹੜੀ ਰਸਨਾ ਸ਼ੁੱਧ ਹੁੰਦੀ ਆ, ਅਤੇ ਇਹ ਜਿਹੜੀ ਪਾਉਣ ਆ, ਇਸ ਨੂੰ ਵੀ ਅਸੀਂ ਸ਼ੁੱਧ ਕਰਕੇ ਆਪਣੇ ਅੰਦਰ ਪ੍ਰਵੇਸ਼ ਕਰਾ ਰਹੇ ਹਾਂ। ਉਸ ਵੇਲੇ ਨਾਮ ਦੀ ਮੋਹਰ ਲਾ ਕੇ, ਅਤੇ ਇਹ ਫੇਫੜਿਆਂ ਰਾਹੀਂ, ਜਿੱਦਾਂ ਸਾਡਾ ਫੇਫੜੇ ਐਕਸਪੈਂਡ ਹੁੰਦੇ ਆ, ਕੰਟਰੈਕਟ ਹੁੰਦੇ ਆ, ਜਦੋਂ ਸਾਹ ਲੈਂਦੇ ਆ, ਇੱਦਾਂ ਹੀ ਫਿਰ ਇਹ ਜਿਹੜੀ ਸ਼ੁੱਧ ਖੁਰਾਕ ਸਾਰੇ ਪਾਸੇ ਸਰੀਰ ਦੇ ਵਿੱਚ ਜਾ ਰਹੀ ਹੈ, ਜਿਹੜੀ ਆਕਸੀਜਨ ਸਾਨੂੰ ਜਾਂਦੀ ਹੈ। ਹੁਣ ਸਾਸ ਗ੍ਰਾਸ ਸਿਮਰਨ, ਫਿਰ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਕਿ 4 ਤਰ੍ਹਾਂ ਦੀਆਂ ਬਾਣੀਆਂ ਆ ਜਿਹੜੇ ਇਸਤੇਮਾਲ ਕਰਦੇ ਅਸੀਂ ਭਾਸ਼ਾ ਲਈ। ਇੱਕ ਹੈ ਬੈਖਰੀ ਬਾਣੀ, ਜਿਹੜੀ ਉੱਚੀ ਹੁੰਦੀ ਹੈ। ਉਸ ਤੋਂ ਬਾਅਦ ਹੈ ਮਧਮਾ, ਜਿਹੜੀ ਸਾਡੇ ਕੰਠ ਤੱਕ ਸੀਮਿਤ ਆ। ਉਸ ਤੋਂ ਬਾਅਦ ਹੈ ਪਸੰਤੀ, ਜੋ ਸਿਰਫ ਸੁਰਤੀ ਦੁਆਰਾ ਜਾਪ ਹੈ। ਅਤੇ ਫਿਰ ਚੌਥੀ ਬਾਣੀ ਨੂੰ ਕਿਹਾ ਹੋਇਆ ਪਰਾ ਬਾਣੀ। ਚੌਥੀ ਬਾਣੀ ਦੇ ਵਿੱਚ ਸਾਡਾ ਮਨ ਲੀਨ ਹੁੰਦਾ ਜਦੋਂ ਅਸੀਂ ਅਨਹਦ ਸ਼ਬਦ, ਅਨਹਦ ਬਾਣੀ ਨੂੰ ਸੁਣਦੇ ਹਾਂ, ਉਹ ਹੈ ਪਰਾ ਬਾਣੀ, ਪਾਰ ਬ੍ਰਹਮ ਦੀ ਬਾਣੀ। ਜਿਹੜੇ ਪਹਿਲੇ 3 ਆ, ਉਹ ਸਾਡੇ ਅਸਲ ਵਿੱਚ ਵਾਸੇ ਆ, ਬੈਖਰੀ, ਮਧਮਾ ਅਤੇ ਪਸੰਤੀ। ਬੈਖਰੀ ਜਿਹੜੀ ਆ, ਉਹ ਹੁੰਦੀ ਉੱਚੀ ਆਵਾਜ਼। ਸਾਸ ਗ੍ਰਾਸ ਸਿਮਰਨ ਜਿਹੜਾ ਆ, ਉਹ ਅਸੀਂ ਬੈਖਰੀ ਬਾਣੀ ਦੇ ਵਿੱਚ ਹੀ ਕਰਦੇ ਹਾਂ। ਅਤੇ ਜਦੋਂ ਅਸੀਂ ਸਟੈਪ ਲੈਣਾ ਹੁੰਦਾ ਗਾਂ ਲੈਵਲ ਨੂੰ ਹਾਸਲ ਕਰਨ ਲਈ, ਜਾਂ ਗਾਂ ਹੋਰ ਸਾਡੇ ਮਨ ਨੂੰ ਜਿੰਨੇ ਸੂਖਮ ਤੋਂ ਸੂਖਮ ਫੁਰਨੇ ਰਹਿੰਦੇ ਆ, ਉਹਨਾਂ ਨੂੰ ਵੀ ਖਤਮ ਕਰਨ ਲਈ ਫਿਰ ਅਸੀਂ ਸਾਸ ਸਿਮਰਨ ਵੱਲ ਨੂੰ ਵੱਧਦੇ ਹਾਂ। ਕੀ ਹੁੰਦਾ ਕਿ ਅਸੀਂ ਵਾਹੇ ਫਿਰ ਮਧਮਾਂ ਦੇ ਵਿੱਚ ਉਚਾਰਨ ਕਰਦੇ ਹਾਂ, ਗੁਰੂ ਨੂੰ ਬੈਖਰੀ ਬਾਣੀ ਦੇ ਵਿੱਚ। ਸੋ ਸਾਸ ਗ੍ਰਾਸ ਸਿਮਰਨ ਦੇ ਵਿੱਚ ਅਸੀਂ ਪੂਰੀ ਤਰ੍ਹਾਂ ਜ਼ਿਆਦਾਤਰ ਵਾਹਿਗੁਰੂ ਬੈਖਰੀ ਬਾਣੀ ਦੇ ਵਿੱਚ ਹੀ ਜਾਪ ਕਰਦੇ ਹਾਂ। ਜਿਉਂ-ਜਿਉਂ ਅਸੀਂ ਫਿਰ ਵਿਚਾਰਾਂ ਤੋਂ ਰਹਿਤ ਹੁੰਦੇ ਜਾਂਦੇ ਹਾਂ,
ਅਸੀਂ ਫਿਰ ਮਧਮਾ ਵੱਲ ਨੂੰ ਵਧਣਾ ਹੁੰਦਾ ਹੈ ਅਤੇ ਅਸੀਂ ਸਟੈਪ ਲੈ ਲੈਂਦੇ ਹਾਂ ਸਾਹ ਸਿਮਰਨ ਕਰਨ ਦਾ, ਜਿੱਥੇ ਜਾ ਕੇ ਫਿਰ ਅਸੀਂ ਵਾਹੇ ਨੂੰ ਮਧਮਾ ਦੇ ਵਿੱਚ ਉਚਾਰਨ ਕਰਦੇ ਹਾਂ, ਜਿੱਦਾਂ ਅਸੀਂ ਹੁਣੇ ਕਰ ਰਹੇ ਸੀ। ਅਤੇ ਗੁਰੂ ਨੂੰ ਬੈਖਰੀ ਬਾਣੀ ਦੇ ਵਿੱਚ ਗੁਰੂ। ਫਿਰ ਜਿਉਂ ਜਿਉਂ ਇੱਦਾਂ ਅਭਿਆਸ ਕਰਦੇ ਆ ਫਿਰ ਹੋਰ ਅੰਤਰਗਤ ਹੋ ਜਾਂਦੇ ਪੂਰਾ ਹੀ ਸ਼ਬਦ ਫਿਰ ਮਧਮਾ ਦੇ ਵਿੱਚ ਉਹ ਫਿਰ ਪੂਰਾ ਹੀ ਸ਼ਬਦ ਤੱਕ ਗੁਰਮੰਤਰ ਮਧਮਾ ਬਾਣੀ ਦੇ ਵਿੱਚ ਲੈ ਜਾਣਾ। ਫਿਰ ਅਸੀਂ ਪਹੁੰਚਣਾ ਬਸੰਤੀ ਬਾਣੀ ਤੱਕ ਆ ਗੁਰਮੰਤਰ ਦਾ ਅਭਿਆਸ ਕਰਦੇ ਹੋਏ, ਜਿੱਥੇ ਸੁਰਤੀ ਦੁਆਰਾ ਹੀ ਜਾਪ ਚੱਲੀ ਜਾਏ। ਇਹ ਫਿਰ ਸਾਸ ਗ੍ਰਾਸ ਸਿਮਰਨ ਅਤੇ ਸਾਸ ਸਿਮਰਨ ਦਾ ਇਸਤੇਮਾਲ ਅਸੀਂ ਤਾਂ ਕਰਦੇ ਹਾਂ ਕਿ ਸਾਡਾ ਮਨ ਗਿੱਝ ਜਾਏ ਕਿ ਸਾਸ ਗ੍ਰਾਸ ਸਿਮਰਨ ਦੇ ਵਿੱਚ ਬੈਖਰੀ ਬਾਣੀ ਦੇ ਵਿੱਚ ਜਾਪ ਕਰਦੇ ਹਾਂ ਅਤੇ ਫਿਰ ਸਾਸ ਸਿਮਰਨ ਦੇ ਵਿੱਚ ਅਸੀਂ ਸਟੈਪ ਲੈ ਲੈਂਦੇ ਹਾਂ ਮਧਮਾ ਬਾਣੀ ਵੱਲ ਨੂੰ। ਮਧਮਾ ਬਾਣੀ ਦੇ ਵਿੱਚ ਜਾਪ ਕਰਦੇ ਕਰਦੇ ਫਿਰ ਬਸੰਤੀ ਬਾਣੀ ਤੱਕ ਸੌਖਾ ਅਸੀਂ ਪਹੁੰਚ ਜਾਈਏ। ਸੋ ਇਹ ਪਰਪਸ ਇਹਨਾਂ ਦੋਨਾਂ ਟੈਕਨੀਕਸ ਦਾ ਇਹੀ ਹੈ ਕਿ ਅਸੀਂ ਵਿਚਾਰਾਂ ਤੋਂ ਰਹਿਤ ਹੋਈਏ। ਸਾਸ ਗ੍ਰਾਸ ਸਿਮਰਨ ਕਰਦੇ ਕਰਦੇ ਸਾਡੇ ਵਿਚਾਰ ਕਾਫੀ ਖਤਮ ਹੋਣ ਲੱਗ ਪੈਂਦੇ ਆ। ਜਦੋਂ ਥੋੜ੍ਹੇ ਬਾਲੇ ਇੱਦਾਂ ਰਹਿ ਜਾਂਦੇ ਆ ਤਾਂ ਅਸੀਂ ਅਭਿਆਸ ਕਰਦੇ ਹਾਂ। ਕਈ ਗੁਰਮੁਖ ਐਸੇ ਨੇ, ਤੁਸੀਂ ਦੇਖੋਗੇ ਕਿ ਜੇ ਸੰਗਤ ਕੀਤੀ ਹੋਈ ਹੈ ਜਿੱਥੇ ਕਾਫੀ ਇੱਦਾਂ ਅਭਿਆਸ ਕਰਾਇਆ ਜਾਂਦਾ ਇੱਕੋ ਲਹਿ ਦੇ ਵਿੱਚ, ਕਈ ਗੁਰਮੁਖ ਜਨ ਸਾਸ ਗ੍ਰਾਸ ਕਰਦੇ ਕਰਦੇ ਆਟੋਮੈਟਿਕ ਉਹਨਾਂ ਦਾ ਸਾਸ ਸਿਮਰਨ ਚੱਲਣ ਲੱਗ ਪੈਂਦਾ। ਜਦੋਂ ਸਾਸ ਸਿਮਰਨ ਚੱਲਣ ਲੱਗ ਪੈਂਦਾ, ਉਹ ਮਨ ਜਿੰਨੇ ਵੀ ਹੋਰ ਸੂਖਮ ਤੋਂ ਸੂਖਮ ਸਾਡੇ ਫੁਰਨੇ ਵਿਚਾਰ ਹੁੰਦੇ ਆ ਉਹ ਵੀ ਖਤਮ ਹੋਣ ਲੱਗ ਪੈਂਦੇ ਆ। ਸਾਸ ਗ੍ਰਾਸ ਸਿਮਰਨ ਦੇ ਵਿੱਚ ਕਾਫੀ ਉਹਦਾ ਵੀ ਵਿਚਾਰ ਖਤਮ ਹੁੰਦੇ ਆ, ਪਰ ਫਿਰ ਸਾਸ ਦੇ ਵਿੱਚ ਬਿਲਕੁਲ ਹੀ ਮਨ ਫੁਰ ਹੋਣ ਲੱਗ ਪੈਂਦਾ ਅਤੇ ਉੱਥੇ ਫਿਰ ਸਾਸ ਸਿਮਰਨ ਕਰਦੇ ਕਰਦੇ ਵਿਰਾਗ ਬਹੁਤ ਆਉਂਦਾ ਆ। ਕਿ ਹੁਣ ਤੁਸੀਂ ਦੇਖੋਗੇ ਬੱਚੇ ਹੁੰਦੇ ਆ, ਜਦੋਂ ਉਹ ਰੋਂਦੇ ਆ, ਜਦੋਂ ਉਹਨਾਂ ਨੂੰ ਬਾਹਲਾ ਵੈਰਾਗ ਆਉਂਦਾ ਹੋਵੇ, ਉਹ ਹੌਂਕੇ ਕਈ ਵਾਰੀ ਲੈਣ ਲੱਗ ਪੈਂਦੇ ਅਤੇ ਹੌਂਕੇ ਲੈ ਕੇ ਰੋਂਦੇ ਹੁੰਦੇ ਆ। ਇੱਦਾਂ ਬੜੇ ਵੈਰਾਗ ਦੇ ਵਿੱਚ ਕਈ ਬੱਚੇ ਇੱਦਾਂ ਰੋਣ ਲੱਗ ਪੈਂਦੇ, ਸੱਟ ਲੱਗ ਜਾਏ ਜਾਂ ਕੋਈ ਕਿਸੇ ਨੂੰ ਤਾਂ ਸਿਰਫ ਖਿਡੌਣਾ ਖੋਇਆ ਗਿਆ ਹੋਵੇ ਤਾਂ ਵੀ ਰੋਣ ਲੱਗ ਪੈਂਦੇ ਆ। ਕਿ ਜਿਹੜੇ ਬੱਚੇ ਆ ਇੱਦਾਂ ਜਦੋਂ ਇੱਦਾਂ ਹੌਂਕੇ ਲੈ ਕੇ ਰੋਂਦੇ ਆ, ਉਹ ਅਸਲ ਵਿੱਚ ਉਹੀ ਵਿਧੀ ਦਾ ਇਸਤੇਮਾਲ ਅਸੀਂ ਕਰ ਰਹੇ ਹੁੰਦੇ ਹਾਂ ਗੁਰਮੰਤਰ ਦਾ ਇਸਤੇਮਾਲ ਕਰਕੇ ਸਾਸ ਸਿਮਰਨ ਦੇ ਵਿੱਚ। ਕਿ ਜਿਵੇਂ ਬੱਚਾ ਹੌਂਕਾ ਲੈ ਕੇ ਰੋਂਦਾ ਆ, ਇੱਦਾਂ ਹੀ ਅਸੀਂ ਕਰਦੇ ਹਾਂ ਸਿਮਰਨ ਕਰਦੇ। ਜਦੋਂ ਇੱਦਾਂ ਹੁੰਦਾ ਆ, ਸਾਡਾ ਮਨ ਉਸ ਵੇਲੇ ਵਿਚਾਰਾਂ ਤੋਂ ਬਹੁਤ ਹੀ ਰਹਿਤ ਹੋ ਜਾਂਦਾ ਹੈ ਅਤੇ ਇਹਦੀ ਅਵਸਥਾ ਕਾਫੀ ਨਿਰਮਲ ਹੋ ਜਾਂਦੀ ਮਨ ਦੀ। ਅਤੇ ਕੀ ਹੁੰਦਾ ਹੈ ਕਿ ਸਾਡਾ ਜਿਹੜਾ ਮਨ ਆ ਉਸ ਵੇਲੇ ਇਹਨੂੰ ਵਿਰਾਗ ਉਤਪੰਨ ਹੁੰਦਾ ਅਤੇ ਅੰਦਰੋਂ ਅੰਮ੍ਰਿਤ ਰਸ ਸਾਨੂੰ ਹੋਰ ਆਉਣ ਲੱਗ ਪੈਂਦਾ। ਸੋ ਸਾਸ ਗ੍ਰਾਸ ਅਤੇ ਸਾਸ ਸਿਮਰਨ ਜਦੋਂ ਇੱਦਾਂ ਜੁਗਤੀ ਦੁਆਰਾ ਅਸੀਂ ਕਰਦੇ ਹਾਂ, ਪ੍ਰੋਪਰ ਪ੍ਰੋਸੀਜਰ ਨਾਲ ਕਰਦੇ ਹਾਂ, ਅਤੇ ਸਾਡਾ ਜਿਹੜਾ ਮਨ ਆ ਸਾਸ ਗ੍ਰਾਸ ਸਿਮਰਨ ਤੋਂ ਲੈ ਕੇ ਫਿਰ ਸਾਸ ਤਾਈਂ ਸਾਡਾ ਵਿਚਾਰ ਜਿਹੜੇ ਹੋਰ ਵੀ ਖਤਮ ਹੋਣ ਲੱਗ ਪੈਂਦੇ ਆ। ਸੋ ਇਹਨਾਂ ਦਾ ਪਰਪਸ ਅਤੇ ਮਕਸਦ ਤਾਂ ਇੱਕ ਹੀ ਹੈ ਕਿ ਵਿਚਾਰਾਂ ਤੋਂ ਰਹਿਤ ਹੋਣਾ, ਪਰ ਸਿਰਫ ਇਹ ਹੈ ਕਿ ਸਾਸ ਗ੍ਰਾਸ ਸਿਮਰਨ ਜਦੋਂ ਕਰਦੇ ਹਾਂ ਅਸੀਂ ਸਾਸ ਫਿਰ ਕਰਨ ਲੱਗ ਪੈਂਦੇ ਕਿ ਸਾਡਾ ਮਨ ਗਿੱਝ ਜਾਏ, ਬੈਖਰੀ ਤੋਂ ਮਧਮਾ ਦੇ ਵਿੱਚ ਜਾਣਾ, ਫਿਰ ਮਧਮਾ ਦੇ ਵਿੱਚ ਪੂਰੀ ਤਰ੍ਹਾਂ ਸਿਮਰਨ ਕਰਦੇ ਕਰਦੇ ਬਸੰਤੀ ਵਿੱਚ ਪਹੁੰਚ ਜਾਣਾ। ਅਤੇ ਕਈ ਹੈਗੇ ਗੁਰਮੁਖ ਜਿਹੜੇ ਸਾਸ ਸਿਮਰਨ ਉਹ ਕਹਿ ਦਿੰਦੇ ਕਿ ਬਹੁਤ ਜ਼ਿਆਦਾ ਤੇਜ਼ ਹੋ ਜਾਂਦਾ ਹੈ, ਉਹ ਸਿਰਫ ਸਾਸ ਗ੍ਰਾਸ 'ਚ ਕਰਨਾ ਚਾਹੁੰਦੇ, ਉਹ ਫਿਰ ਸਿੱਧਾ ਹੀ ਉਹ ਸਾਸ ਗ੍ਰਾਸ ਕਰਦੇ ਕਰਦੇ ਉਹ ਮਧਮਾ ਦੇ ਵਿੱਚ ਉਂਝ ਚਲੇ ਜਾਂਦੇ ਆ ਕਿ ਮਧਮਾ ਬਾਣੀ ਦੇ ਵਿੱਚ ਉਚਾਰਨ ਕਰਦੇ। ਅਸਲ ਵਿੱਚ ਉਹ ਵੀ ਫਿਰ ਸਾਸ ਹੀ ਹੁੰਦਾ ਆ, ਉਹ ਸਹਿਜ ਵਿੱਚ ਕਰਦੇ ਹੁੰਦੇ ਅਤੇ ਫਿਰ ਬਸੰਤੀ ਬਾਣੀ ਤੱਕ ਪਹੁੰਚ ਜਾਂਦੇ ਆ। ਹੁਣ ਜਿਉਂ ਜਿਉਂ ਅਸੀਂ ਅਭਿਆਸ ਕਰਦੇ ਹਾਂ, ਇਹਦੇ ਨਾਲ ਫਿਰ ਸਾਡਾ ਐਕਸਪੀਰੀਅੰਸ ਵੱਧਦਾ ਹੈ ਕਿ ਬੈਖਰੀ ਮਧਮਾ ਬਸੰਤੀ ਦਾ ਸਾਨੂੰ ਗਿਆਨ ਹੋ ਜਾਂਦਾ। ਬਸੰਤੀ ਬਾਣੀ ਦੇ ਵਿੱਚ ਜਾ ਕੇ ਸਿਰਫ ਸੁਰਤੀ ਦੁਆਰਾ ਜਾਪ ਹੁੰਦਾ ਹੈ। ਉਹ ਫਿਰ ਅਸੀਂ ਸਾਸਾਂ ਦਾ ਇਸਤੇਮਾਲ ਕਰੀਏ ਸੁਰਤੀ ਨੂੰ ਟਿਕਾਉਣ ਵਾਸਤੇ ਅਤੇ ਨਾਲ ਸੁਰਤੀ ਦੁਆਰਾ ਜਾਪ ਕਰੀਏ ਅੰਤਰਗਤ, ਜਾਂ ਫਿਰ ਮਹਾਰਾਜ ਨੇ ਵਿਧੀ ਦੱਸੀ ਹੋਈ ਹੈ ਸਾਨੂੰ ਰੋਮ ਰੋਮ ਸਿਮਰਨ ਦੀ। ਰੋਮ ਸਿਮਰਨ ਦੇ ਵਿੱਚ ਕੀ ਹੁੰਦਾ ਕਿ ਅਸੀਂ ਨਬਜ਼ ਦਾ ਇਸਤੇਮਾਲ ਕਰਦੇ ਹਾਂ। ਉਹ ਜ਼ਿਆਦਾਤਰ ਉਦੋਂ ਫਿਰ ਸਾਨੂੰ ਇਸ਼ਾਰਾ ਹੋਣ ਲੱਗ ਪੈਂਦਾ ਸੁਰਤੀ ਦਾ ਕਿ ਇੱਕੋ ਸਵਾਸ ਦੇ ਵਿੱਚ ਸਾਡੀ ਸੁਰਤੀ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪੈਂਦੀ ਹੈ। ਉਸ ਵੇਲੇ ਸਾਨੂੰ ਸਮਝ ਲੈਣਾ ਚਾਹੀਦਾ ਕਿ ਸੁਰਤੀ ਮੈਨੂੰ ਇਸ਼ਾਰਾ ਕਰ ਰਹੀ ਆ ਕਿ ਮੈਨੂੰ ਸਵਾਸਾਂ ਤੋਂ ਅੱਡ ਅਭਿਆਸ ਕਰਾਓ, ਕਿਉਂਕਿ ਇੱਕੋ ਸਾਹ ਦੇ ਵਿੱਚ ਉਹ ਵਾਹਿਗੁਰੂ ਵਾਹਿਗੁਰੂ ਅੰਤਰਗਤ ਸੁਰਤੀ ਸਾਡੀ ਕਰੀ ਜਾਂਦੀ ਹੁੰਦੀ ਹੈ। ਉਹ ਫਿਰ ਅਸੀਂ ਨਬਜ਼ ਦੇ ਨਾਲ, ਆਪਣੀ ਪਲਸ ਦੇ ਨਾਲ, ਹਿਰਦੇ ਦੀ ਧੜਕਣ ਔਰ ਹਾਰਟ ਬੀਟ, ਉਹਦੇ ਨਾਲ ਸੁਰਤੀ ਜੋੜ ਕੇ ਅਸੀਂ ਅਭਿਆਸ ਕਰਨਾ ਹੁੰਦਾ ਗੁਰਮੰਤਰ ਦਾ। ਉਹਦੇ ਨਾਲ ਫਿਰ ਰੋਮ ਰੋਮ ਸਿਮਰਨ ਚੱਲਣ ਲੱਗ ਪੈਂਦਾ। ਸਾਰਾ ਗੁਰਮੰਤਰ ਸਾਡੇ ਸਾਰੇ ਸਰੀਰ ਦੇ ਵਿੱਚ ਇੱਦਾਂ
ਜਿਵੇਂ ਹਾਰਟ ਖੂਨ ਸਿੱਟਦਾ ਆ, ਸਾਡੇ ਸਰੀਰ ਦੇ ਵਿੱਚ ਖੂਨ ਪੰਪ ਹੁੰਦਾ ਹੈ, ਇਹਦੇ ਨਾਲ ਨਾਲ ਗੁਰਮੰਤਰ ਹਰੇਕ ਜਗ੍ਹਾ ਸਾਡੇ ਸਰੀਰ ਵਿੱਚ ਸਾਨੂੰ ਮਹਿਸੂਸ ਹੋਣ ਲੱਗ ਪੈਂਦਾ ਅਭਿਆਸ ਦੇ ਨਾਲ। ਹੁਣ ਉਹ ਜਿਹੜਾ ਗੁਰਮੰਤਰ ਦਾ ਅਭਿਆਸ ਕਰਦੇ ਰੋਮ ਰੋਮ ਸਿਮਰਨ ਸਟੇਜ 'ਤੇ, ਉਹ ਸਾਰਾ ਬਸੰਤੀ ਬਾਣੀ ਦੇ ਵਿੱਚ ਹੀ ਹੁੰਦਾ ਹੈ। ਅਤੇ ਫਿਰ ਇਸ ਤੋਂ ਬਾਅਦ ਜਿਹੜੀ ਪਰਾ ਬਾਣੀ ਆ, ਪਰਾ ਬਾਣੀ ਹੁੰਦੀ ਹੈ ਪਾਰ ਬ੍ਰਹਮ ਦੀ ਬਾਣੀ, ਅਨਹਦ ਬਾਣੀ ਜਿਸ ਨੂੰ ਕਿਹਾ ਹੋਇਆ ਆ, ਉਹ ਸਾਡੇ ਵੱਸ ਨਹੀਂ ਹੈਗੀ ਅਸਲ ਵਿੱਚ। ਉਹ ਹੈ ਪ੍ਰਮਾਤਮਾ ਦੀ ਭਾਸ਼ਾ ਆਪ, ਜੋ ਉਹ ਸਿੱਧਾ ਹੀ ਸਾਨੂੰ ਉਚਾਰਨ ਕਰਕੇ ਸੁਣਾ ਰਿਹਾ। ਜਦੋਂ ਅਸੀਂ ਉਸ ਅਨਹਦ ਬਾਣੀ ਨੂੰ ਪਕੜਦੇ ਹਾਂ, ਸਾਡਾ ਮਨ ਪਰਾ ਬਾਣੀ ਤੱਕ ਪਹੁੰਚ ਗਿਆ ਹੁੰਦਾ, ਫਿਰ ਸਾਡਾ ਮਨ ਉਸ ਵੇਲੇ, ਕਿਉਂਕਿ ਅਸੀਂ ਸਾਸ ਗ੍ਰਾਸ ਸਿਮਰਨ ਕੀਤਾ, ਸਾਸ ਕੀਤਾ, ਰੋਮ ਰੋਮ ਅਭਿਆਸ ਕੀਤਾ ਹੈ, ਸਾਡਾ ਮਨ ਕਾਫੀ ਅਫੁਰ ਹੁੰਦਾ ਆ ਅਤੇ ਬੜੇ ਸ਼ਾਂਤੀ ਦੇ ਨਾਲ ਟਿਕ ਕੇ ਉਸ ਅਨਹਦ ਬਾਣੀ ਨੂੰ ਸੁਣਨਾ ਸਾਨੂੰ ਸੌਖਾ ਹੋ ਜਾਂਦਾ। ਹੁਣ ਉਹ ਭਾਸ਼ਾ ਜਿਹੜੀ ਆ ਅਨਹਦ ਬਾਣੀ ਦੀ, ਪਰਾ ਬਾਣੀ ਜਿਸ ਨੂੰ ਕਿਹਾ ਹੋਇਆ, ਉਹ ਸਾਡੀ ਇਸ ਲੈਂਗੁਏਜਿਸ ਦੇ ਵਿੱਚ ਨਹੀਂ, ਜੋ ਸਾਡੇ ਇਸ ਭਾਸ਼ਾ ਪੰਜਾਬੀ ਹੋਵੇ ਗੁਰਮੁਖੀ, ਜਾਂ ਹਿੰਦੀ ਜਾਂ ਸੰਸਕ੍ਰਿਤ ਜਾਂ ਇੰਗਲਿਸ਼ ਜਾਂ ਫਰੈਂਚ, ਉਹ ਹੈਗੀ ਸਲੈਸਟੀਅਲ ਭਾਸ਼ਾ, ਜਿਸ ਨੂੰ ਸਲੈਸਟੀਅਲ ਮਿਊਜ਼ਿਕ ਅਸੀਂ ਕਹਿੰਦੇ ਹਾਂ ਇੰਗਲਿਸ਼ ਦੇ ਵਿੱਚ। ਅਨਹਦ ਬਾਣੀ ਉਸ ਨੂੰ ਕਿਹਾ ਗੁਰਬਾਣੀ ਦੇ ਵਿੱਚ। 5 ਸ਼ਬਦ ਅਨਹਦ ਸ਼ਬਦ, ਉਹ ਲਿਖਣ ਪੜ੍ਹਨ ਵਿੱਚ ਨਹੀਂ ਆਉਂਦੇ, ਪਰ ਚੱਲਦੇ ਸਾਰਿਆਂ ਦੇ ਅੰਦਰ ਹੈ। ਉੱਥੇ ਤੱਕ ਅਸੀਂ ਪਹੁੰਚਣਾ ਹੁੰਦਾ। ਬਾਕੀ ਫਿਰ ਜਦੋਂ ਅਸੀਂ ਇੱਦਾਂ ਅਭਿਆਸ ਕਰਦੇ ਹਾਂ, ਕਈ ਵਾਰੀ ਕਈਆਂ ਦਾ ਐਸਾ ਪ੍ਰੈਕਟੀਕਲ ਹੁੰਦਾ, ਜੇ ਇੱਦਾਂ ਸੰਗਤ ਵਿੱਚ ਅਸੀਂ ਦੇਖਦੇ ਹਾਂ, ਕਈਆਂ ਦੀ ਸੁਰਤੀ ਸ਼ਬਦ ਦੇ ਨਾਲ ਇੱਦਾਂ ਮਿਲ ਜਾਂਦੀ ਹੈ ਕਿ ਉਹ ਅਭਿਆਸ ਕਰਦੇ ਕਰਦੇ ਉਹਨਾਂ ਨੂੰ ਆਪਣਾ ਸਰੀਰ ਭੁੱਲ ਜਾਂਦਾ। ਕਈ ਐਸੇ ਗੁਰਮੁਖ ਜਾਣੇ ਆ, ਤੁਸੀਂ ਦੇਖੋਗੇ ਸੰਗਤ ਦੇ ਵਿੱਚ ਉਹ ਸਾਸ ਗ੍ਰਾਸ ਸਿਮਰਨ ਕਰਦੇ ਕਰਦੇ ਉਹਨਾਂ ਦਾ ਆਟੋਮੈਟਿਕ ਸਾਸ ਗ੍ਰਾਸ ਬਦਲ ਜਾਂਦਾ। ਸਾਸ ਨੂੰ ਉਹ ਕਰਦੇ ਹੋਣਗੇ ਵਾਹਿਗੁਰੂ ਵਾਹਿਗੁਰੂ, ਜਿਉਂ ਉਹ ਤੇਜ਼ ਹੁੰਦੇ ਜਾਂਦੇ ਆ, ਗੁਰੂ ਕਰਨ ਲੱਗ ਪੈਂਦੇ ਆ ਸਾਸ ਦੇ ਵਿੱਚ। ਜਦੋਂ ਇਸ ਤਰੀਕੇ ਨਾਲ ਤੁਸੀਂ ਸੰਗਤ ਵਿੱਚ ਦੇਖੋ, ਜੇ ਖਾਸ ਕਰਕੇ ਤੁਸੀਂ ਅਭਿਆਸ ਕਰਾਉਂਦੇ ਹੋਵੋ ਸਟੇਜ 'ਤੇ ਸੰਗਤ ਨੂੰ, ਤਾਂ ਫਿਰ ਤੁਸੀਂ ਧਿਆਨ ਰੱਖਣਾ ਹੁੰਦਾ ਕਿ ਜਿਹੜਾ ਗੁਰਮੁਖ ਆ ਉਹਦਾ ਸਾਸ ਵਿੱਚ ਉਸ ਵੇਲੇ ਬਦਲ ਨਾ ਜਾਏ ਅਭਿਆਸ। ਕਈ ਵਾਰੀ ਉਹਨਾਂ ਦੀ ਸੁਰਤੀ ਤੋੜਨੀ ਮੁਸ਼ਕਿਲ ਹੋ ਜਾਂਦੀ ਹੈ। ਉਹ ਇੰਨਾ ਕੁ ਅਸੀਂ ਇੱਥੇ ਜਦੋਂ ਕੋਈ ਅਭਿਆਸ ਕਰਾ ਰਿਹਾ, ਉਹ ਕੰਟਰੋਲ ਕਰ ਲੈਂਦੇ ਆ ਕਿ ਸਪੀਡ ਕਿੰਨੀ ਕੁ ਵਰਤਣੀ ਹੈ, ਕਿ ਅਗਲਾ ਦਾ ਫੁਰਨੇ ਜਿਹੜੇ ਆ ਉਹ ਖਤਮ ਹੋਣ, ਪਰ ਸੁਰਤੀ ਵਾਲੀ ਵੀ ਜੁੜ ਨਾ ਜਾਏ, ਜਿਹੜਾ ਕਿ ਬਾਅਦ 'ਚ ਮੁਸ਼ਕਿਲ ਹੋਵੇ ਤੋੜਨਾ। ਅਤੇ ਜਿਹੜੇ ਛੋਟੇ ਬੱਚੇ ਹੁੰਦੇ ਆ, ਉਹਨਾਂ ਦਾ ਮਨ ਉਂਝ ਹੀ ਬਹੁਤ ਨਿਰਮਲ ਹੁੰਦਾ ਆ, ਉਹਨਾਂ ਦੇ ਵਿਚਾਰ ਫੁਰਨੇ ਘੱਟ ਹੁੰਦੇ ਆ। ਕੋਸ਼ਿਸ਼ ਇਹ ਕਰਨੀ ਹੁੰਦੀ ਹੈ ਕਿ ਉਹਨਾਂ ਨੂੰ ਅਭਿਆਸ ਜਦੋਂ ਕਰਾਇਆ ਜਾਏ, ਸਹਿਜ ਵਿੱਚ ਹੀ ਕਰਾਇਆ ਜਾਏ, ਕਿ ਵਾਲਾ ਤੇਜ਼ ਨਾ ਕਰਨ। ਸੋ ਇਹ ਹੈ ਥੋੜ੍ਹੇ ਜਿਹੇ ਐਕਸਪਲੇਨੇਸ਼ਨ ਸਾਸ ਗ੍ਰਾਸ ਸਿਮਰਨ ਅਤੇ ਸਾਸ ਸਿਮਰਨ ਦੇ। ਅਤੇ ਇਹਨਾਂ ਦਾ ਮਕਸਦ ਤਾਂ ਇੱਕ ਹੀ ਹੈ, ਦ ਪਰਪਸ ਆਫ ਦ ਟੈਕਨੀਕਸ ਇਜ਼ ਦ ਸੇਮ, ਟੂ ਬੀ ਫਰੀ ਆਫ ਥਾਟਸ। ਇਟਸ ਜਸਟ ਦੈਟ ਇਟਸ ਅ technique used, sasgras, is that where we're experiencing Bakri Bani and we're trying to take this Guru Mantra into Madhma. That's why we start doing Sasa Simran. Now, ਜਦੋਂ ਅਸੀਂ ਇਹਦਾ ਅਭਿਆਸ ਕਰਦੇ ਹਾਂ, ਤੁਸੀਂ ਆਪ ਨੋਟ ਕਰੋ ਕਿ ਜਦੋਂ ਅਸੀਂ ਮਧਮਾ ਬਾਣੀ ਦੇ ਵਿੱਚ ਪੂਰੀ ਤਰ੍ਹਾਂ ਜਾਪ ਕਰਨ ਲੱਗ ਪੈਂਦੇ ਹਾਂ, ਫੁਰਨੇ ਹੋਰ ਵੀ ਘੱਟ ਜਾਂਦੇ ਆ, ਬਹੁਤ ਘੱਟ ਕੋਈ ਫੁਰਨਾ ਆਉਂਦਾ, ਕਿਉਂਕਿ ਸਾਡਾ ਮਨ ਆਲਰੇਡੀ ਆਦੀ ਹੋ ਚੁੱਕਾ ਆ ਕਿ ਆਪਣੀ ਆਵਾਜ਼ ਨੂੰ ਇੱਦਾਂ ਜਦੋਂ ਧਿਆਨ ਨਾਲ ਕੋਈ ਸਾਨੂੰ ਕੋਈ ਗੱਲ ਕਹਿੰਦਾ, ਲਾਈਕ ਇੰਗਲਿਸ਼ ਵਿੱਚ ਅਸੀਂ ਕਹਿ ਦਿੰਦੇ ਕਿ ਵਿਸਪਰ ਇਨ ਸਮਵਨਸ ਈਅਰ, ਕਿ ਕਿਸੇ ਨੂੰ ਸੀਕਰੇਟ ਦੱਸਣਾ ਹੋਵੇ, ਉਹਦੇ ਕੰਨ ਵਿੱਚ ਗੱਲ ਕਹਿ ਦਿੰਦੇ, ਵਿਸਪਰ ਕਰਦੇ ਆ। ਉਹ ਬਹੁਤ ਮਧਮਾ ਬਾਣੀ ਦੇ ਵਿੱਚ ਹੀ ਉਚਾਰਨ ਕਰਕੇ ਇੱਕ ਦੂਸਰੇ ਨੂੰ ਗੱਲ ਸੁਣਾਉਂਦੇ ਆ। ਇੱਦਾਂ ਹੀ ਸਾਡਾ ਜਿਹੜਾ ਮਨ ਆ, ਇਹ ਗਿੱਝ ਚੁੱਕਾ ਹੈ ਇੱਥੇ ਤ੍ਰਿਲੋਕੀ ਦੇ ਵਿੱਚ, ਕਿ ਜਦੋਂ ਕਿਸੇ ਦੀ ਇੱਦਾਂ ਗੱਲ ਮਲਕ ਦੇਣੀ ਸੁਣਨੀ ਆ, ਬੜੇ ਧਿਆਨ ਨਾਲ ਸੁਣਦਾ ਆ। ਇੱਦਾਂ ਹੀ ਜਦੋਂ ਅਸੀਂ ਸਾਸ ਸਿਮਰਨ ਕਰਦੇ ਹਾਂ ਅਤੇ ਪੂਰਾ ਸ਼ਬਦ ਮਧਮਾ ਵਿੱਚ ਲੈ ਜਾਂਦੇ, ਸਾਡਾ ਮਨ ਗਿੱਝਿਆ ਹੁੰਦਾ ਆ ਕਿ ਬੜੇ ਧਿਆਨ ਨਾਲ ਸੁਣਨਾ ਇੱਦਾਂ ਦੀ ਆਵਾਜ਼ ਨੂੰ। ਉਹ ਫਿਰ ਆਪਣੀ ਆਵਾਜ਼ ਨੂੰ ਬਹੁਤ ਧਿਆਨ ਨਾਲ ਸੁਣਦਾ ਹੈ ਅਤੇ ਫੁਰਨੇ ਬਹੁਤ ਘੱਟ ਵਿੱਚ ਆਉਂਦੇ ਆ। ਇਹ ਤੁਸੀਂ ਨੋਟ ਕਰ ਲਿਓ ਪ੍ਰੈਕਟੀਕਲ ਤੌਰ 'ਤੇ ਸਾਰੇ ਗੁਰਮੁਖ। ਸੋ I think that answers the question. ਸੋ ਮਹਾਰਾਜ ਨੇ ਕਿਰਪਾ ਕੀਤੀ ਕਿ ਗੁਰਬਾਣੀ ਦੇ ਵਿੱਚ ਸਾਨੂੰ ਸਮਝਾ ਦਿੱਤਾ ਕਿ 5 ਸ਼ਬਦ ਅਨਹਦ ਸ਼ਬਦ, ਅਨਹਦ ਬਾਣੀ ਤੱਕ ਅਸੀਂ ਪਹੁੰਚਣਾ ਹੈ। ਅਤੇ 5 ਸ਼ਬਦ ਜਿਹੜੇ ਆ, ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਕਿ
ਵੱਖ-ਵੱਖ ਪੁਆਇੰਟ 'ਤੇ ਇਹ ਚੱਲਦੇ ਆ, ਅਤੇ ਕਈ ਵਾਰੀ ਪੰਜ ਸ਼ਬਦ ਦਾ ਜਿਹੜਾ ਵੇਰਵਾ ਮਹਾਰਾਜ ਨੇ ਸਾਨੂੰ ਦੱਸਿਆ ਹੈ, ਕਿਸ ਪੁਆਇੰਟ 'ਤੇ ਸਾਡੀ ਸੁਰਤੀ ਦਾ ਟਿਕਾਓ ਹੁੰਦਾ, ਉਹ 'ਤੇ ਮਨਸਰ ਹੈ ਕਿਹੜੇ ਪੰਜ ਸ਼ਬਦ ਸਾਨੂੰ ਸੁਣਨੇ ਆ। ਅੰਦਰ ਅਸਲ ਵਿੱਚ ਪੰਜਾਂ ਸ਼ਬਦਾਂ ਤੋਂ ਵੱਧ ਸ਼ਬਦ ਨੇ, ਜਿਹਨੂੰ ਅਨਹਦ ਬਾਣੀ ਕਹਿ ਦਿੱਤਾ ਆ, ਘਨੇਰੇ ਸ਼ਬਦ ਕਹਿ ਦਿੱਤਾ ਆ। ਮਹਾਰਾਜ ਦੱਸਦੇ ਨੇ ਕਿ ਜੇ ਸਾਡੀ ਸੁਰਤੀ ਮੱਥੇ 'ਤੇ ਇਹਦਾ ਟਿਕਾਓ ਕਰਦੀ ਆ, ਮਹਾਰਾਜ ਕਹਿੰਦੇ ਆ ਮਸਤਕ ਪਦਮ ਦਵਾਲੈ ਮਣੀ ਮਾਹੇ ਨਿਰੰਜਨ ਤ੍ਰੇ ਪਵਨ ਧਣੀ ਪੰਜ ਸ਼ਬਦ ਨਿਰਮਾਇਲ ਬਾਜੇ ਢੁਲਕੇ ਚਵਰ ਸੰਖ ਘਨ ਗਾਜੈ। ਕਿ ਉੱਥੇ ਢੋਲਕੀ ਦੀ ਆਵਾਜ਼ ਆਉਂਦੀ ਹੈ, ਚੌਰ ਦੀ ਆਵਾਜ਼ ਆਉਂਦੀ ਹੈ, ਸੰਖ ਦੀ ਆਵਾਜ਼ ਆਉਂਦੀ ਹੈ, ਬੱਦਲ ਗਰਜਦੇ ਨੇ ਅਤੇ ਪ੍ਰਮਾਤਮਾ ਆਪ ਗੱਜਦਾ ਆ। ਅਤੇ ਜਦੋਂ ਸਾਡਾ ਮਨ ਪ੍ਰਮਾਤਮਾ ਦੇ ਸਨਮੁਖ ਹੁੰਦਾ ਆ, ਉਦੋਂ ਉਹ ਸ਼ਬਦ ਫਿਰ ਅੱਡ ਦੱਸੇ ਹੋਏ ਆ। ਉੱਥੇ ਜਾ ਕੇ ਮਨ ਜਿਹੜਾ ਨੱਚਦਾ ਆ ਖੁਸ਼ੀ ਦੇ ਵਿੱਚ, ਅਤੇ ਮਹਾਰਾਜ ਕਹਿੰਦੇ ਆ ਕਰ ਕਰ ਤਾਲ ਪਖਾਵਜ ਨੈਣਾ ਮਾਥੇ ਵਜੇ ਰਬਾਬਾ ਕਰਨੋ ਮਦ ਬਾਂਸਰੀ ਬਾਜੈ ਜੀਵਾ ਧੁਨ ਅਗਾਜਾ ਨਿਰਤ ਕਰੇ ਕਰ ਮਨੁਆ ਨਾਚੈ ਆਣੈ ਘੂੰਗਰ ਸਾਜਾ। ਕਿ ਜਿਹੜਾ ਮਨ ਆ ਮਨ ਸਾਡਾ ਪ੍ਰਮਾਤਮਾ ਦੇ ਸਨਮੁਖ ਹੁੰਦਾ ਆ, ਅਤੇ ਜਦੋਂ ਸਨਮੁਖ ਹੁੰਦਾ ਪ੍ਰਮਾਤਮਾ ਦੇ, ਅਤੇ ਕੀ ਹੁੰਦਾ ਹੈ ਕਿ ਸਾਡਾ ਜਿਹੜਾ ਮਨ ਆ ਉਸ ਵੇਲੇ ਖੁਸ਼ੀ ਦੇ ਵਿੱਚ ਨੱਚਦਾ ਪ੍ਰਮਾਤਮਾ ਦੇ ਅੱਗੇ। ਅਤੇ ਮਹਾਰਾਜ ਦੱਸਦੇ ਨੇ ਮਸਤਕ 'ਤੇ ਰਬਾਬ ਚੱਲਦੀ ਆ। ਮਹਾਰਾਜ ਕਹਿੰਦੇ ਕਰ ਕਰ ਤਾਲ ਪਖਾਵਜ ਨੈਣਾ ਮਾਥੇ ਵਜੇ ਰਬਾਬਾ। ਅਤੇ ਫਿਰ ਕੰਨ ਜਿਹੜੇ ਆ ਇਹਨਾਂ ਦੇ ਵਿੱਚ ਬਾਂਸਰੀ ਦੀ ਆਵਾਜ਼ ਆਉਂਦੀ ਹੈ, ਇਹ ਵੀ ਦੱਸਿਆ ਹੋਇਆ। ਘੁੰਗਰੂਆਂ ਦੀ ਆਵਾਜ਼ ਆਉਂਦੀ ਜਿਉਂ ਜਿਉਂ ਮਨ ਨੱਚਦਾ ਹੈ, ਅਤੇ ਸਾਡੇ ਜਿਹੜੇ ਅੱਖਾਂ ਆ ਫਰਕਦੀਆਂ, ਨਾਲ ਨਾਲ ਤਬਲੇ ਦੀ ਆਵਾਜ਼ ਚੱਲ ਰਹੀ ਹੈ। ਕਰ ਕਰ ਤਾਲ ਪਖਾਵਜ ਨੈਣਾ ਮਾਥੇ ਵਜੇ ਰਬਾਬਾ ਕਰਨੋ ਮਾਦ ਬਾਂਸਰੀ ਬਾਜੈ ਜੇਵਾ ਧੁਨ ਅਗਾਜਾ ਨਿਰਤ ਕਰੇ ਕਰ ਮਨੁਆ ਨਾਚੈ ਆਣੈ ਘੂੰਗਰ ਸਾਜਾ। ਕਹਿੰਦੇ ਫਿਰ ਜੇਬ ਜਿਹੜੀ ਆ ਸਾਡੀ, ਉਹ ਵੀ ਕਈ ਵਾਰੀ ਨਾਲ ਨਾਲ ਆਪਣਾ ਆਲਾਪ ਕਰੀ ਜਾਂਦੀ ਹੈ ਗੁਰਮੰਤਰ ਦਾ, ਪ੍ਰਮਾਤਮਾ ਦੇ ਨਾਮ ਦਾ। ਹੁਣ ਇਹ ਸਾਨੂੰ ਮਹਾਰਾਜ ਨੇ ਦੱਸਿਆ ਹੋਇਆ ਕਿ ਅਸੀਂ ਇਹਦਾ ਮਤਲਬ ਕਿ ਜਦੋਂ ਅਸੀਂ ਅਨਹਦ ਬਾਣੀ ਨੂੰ ਸੁਣਦੇ ਹਾਂ ਜਾਂ ਨਾਮ ਨੂੰ ਅੰਦਰੋਂ ਸੁਣ ਰਹੇ ਹਾਂ, ਫਿਰ ਵੀ ਅਸੀਂ ਜੇਵਾ ਦੁਆਰਾ ਰਸਨਾ ਦੁਆਰਾ ਜਾਪ ਥੋੜ੍ਹਾ ਥੋੜ੍ਹਾ ਕਰ ਸਕਦੇ। ਕਈ ਵਾਰੀ ਕੀ ਹੁੰਦਾ ਕਿ ਅਨਹਦ ਸ਼ਬਦ ਸੁਣਦੇ ਆ, ਉਹਨਾਂ ਨੂੰ ਪ੍ਰੈਕਟੀਕਲ ਤੌਰ 'ਤੇ ਹੁਣ ਜਿਹਨਾਂ ਨੂੰ ਪਤਾ ਆ ਉਹਨਾਂ ਨੂੰ ਪਤਾ ਕਿ ਕਈ ਵਾਰੀ ਸਾਨੂੰ ਫਿਰ ਵੀ ਕੋਈ ਨਾ ਕੋਈ ਫੁਰਨਾ ਉੱਥੇ ਆ ਹੀ ਜਾਂਦਾ। ਇਹੀ ਇੱਕ ਸਮਝੋ ਕਿ ਤੂਫਾਨ ਆ ਫੁਰਨਿਆਂ ਦਾ, ਵਿਚਾਰਾਂ ਦਾ। ਅਸੀਂ ਉਸ ਸਥਾਨ 'ਤੇ ਪਹੁੰਚਣਾ ਜਿੱਥੇ ਇਸ ਵਿਚਾਰਾਂ ਦੇ ਤੂਫਾਨ ਤੋਂ ਅਸੀਂ ਬਚੇ ਰਹੀਏ, ਉਹ ਹੈ ਸੱਚਾ ਮਹਿਲ, ਜਿਹਨੂੰ ਮਹਾਰਾਜ ਕਹਿੰਦੇ ਸੱਚੇ ਮਹਿਲ ਨਿਵਾਸ ਨਿਰੰਤਰ ਆਵਣ ਜਾਣ ਚੁਕਾਇਆ ਨਾ ਮਨ ਚੱਲੇ ਨਾ ਪਾਉਣ ਉਡਾਏ। ਕਿ ਉੱਥੇ ਜਦੋਂ ਮਨ ਪਹੁੰਚ ਜਾਂਦਾ ਸੱਚੇ ਮਹਿਲ ਦੇ ਵਿੱਚ, ਉਹ ਪੂਰੀ ਤਰ੍ਹਾਂ ਤੂਫਾਨ ਤੋਂ ਬਚਿਆ ਰਹਿੰਦਾ। ਜਿੰਨਾ ਚਿਰ ਤਾਈਂ ਅਸੀਂ ਨਾਮ ਵਿੱਚ ਸਮਾ ਕੇ ਉਸ ਸੱਚੇ ਮਹਿਲ ਦੇ ਵਿੱਚ, ਜਿਸ ਮਹਿਲ ਦੇ ਵਿੱਚ ਪ੍ਰਕਾਸ਼ ਆ, ਉੱਥੇ ਪਹੁੰਚ ਨਹੀਂ ਜਾਂਦੇ, ਉਨਾ ਚਿਰ ਸਾਡੇ ਜਿਹੜੇ ਫੁਰਨੇ ਵਿਚਾਰ ਮਾਮੂਲੀ ਜਿਹੇ ਜਾਂ ਬਹੁਤ ਤਾਦਾਦ ਵਿੱਚ ਆ ਹੀ ਜਾਣੇ। ਅਤੇ ਕਈ ਗੁਰਮੁਖੀ ਕਰਦੇ ਆ, ਜਦੋਂ ਅਨਹਦ ਸ਼ਬਦਾਂ ਨੂੰ ਵੀ ਸੁਣਦੇ ਸੁਣਦੇ ਕੋਈ ਨਾ ਕੋਈ ਵਿਚਾਰ ਆ ਜਾਂਦਾ, ਉਹ ਨਾਲ ਮੁੱਖ ਦੁਆਰਾ ਥੋੜ੍ਹਾ ਜਿਹਾ ਅਭਿਆਸ ਕਰਦੇ ਰਹਿੰਦੇ ਆ। ਜਿਹਨੂੰ ਮਹਾਰਾਜ ਕਹਿੰਦੇ ਆ, ਉਹਨਾਂ ਨੇ ਧਿਆਨ ਜ਼ਿਆਦਾ ਨਾਮ ਦੇ ਵਿੱਚ ਰੱਖਣਾ ਹੁੰਦਾ ਅੰਤਰਗਤ, ਅਤੇ ਕਹਿੰਦੇ ਕਿ ਨਾਮ ਨਿਰੰਜਨ ਨੀਰ ਨਰਾਇਣ ਰਸਨਾ ਸਿਮਰਤ ਪਾਪ ਬਲਾਇਨ। ਕਿ ਰਸਨਾ ਦੁਆਰਾ ਸਿਮਰਨ ਕਰਨ ਪਾਪ ਖਤਮ ਹੋ ਜਾਂਦੇ ਆ ਜਦੋਂ ਅਸੀਂ ਨਾਮ ਦੇ ਵਿੱਚ ਅੰਤਰਗਤ ਦਾ ਧਿਆਨ ਲਾਉਂਦੇ ਹਾਂ, ਰਸਨਾ ਦੁਆਰਾ ਸਿਮਰਨ ਕਰਦੇ ਹਾਂ, ਅਤੇ ਸਾਨੂੰ ਅੰਦਰੋਂ ਅੰਮ੍ਰਿਤ ਰਸ ਆਉਣ ਲੱਗ ਪੈਂਦਾ। ਫਿਰ ਜਿਉਂ-ਜਿਉਂ ਅਭਿਆਸ ਕਰਦੇ ਇਹਦਾ ਪ੍ਰੈਕਟੀਕਲ ਤੌਰ 'ਤੇ ਜ਼ਿਆਦਾ ਤਵੱਜੋ ਦੇਣੀ ਹੁੰਦੀ ਉਸ ਵੇਲੇ ਅਨਹਦ ਸ਼ਬਦਾਂ ਨੂੰ। ਅਤੇ ਜਿਸ ਵੇਲੇ ਅਸੀਂ ਪੂਰੀ ਤਰ੍ਹਾਂ ਲੀਨ ਹੋਣ ਲੱਗ ਪੈਂਦੇ ਉਹਨਾਂ ਅਨਹਦ ਸ਼ਬਦਾਂ ਦੇ ਵਿੱਚ, ਸਾਡੀ ਜੇਵਾ ਰਸਨਾ ਜਿਹੜੀ ਆ ਉਹ ਆਪਣੇ ਆਪ ਹੀ ਬੰਦ ਹੋ ਜਾਂਦੀ ਹੈ ਇੱਕ ਪੁਆਇੰਟ 'ਤੇ ਜਾ ਕੇ। ਉਹ ਕੀ ਹੁੰਦਾ ਹੈ ਕਿ ਸਾਡਾ ਫਿਰ ਮਨ ਪੂਰੀ ਤਰ੍ਹਾਂ ਉਸ ਸ਼ਬਦ ਵਿੱਚ ਸਮਾਉਣ ਲੱਗ ਪੈਂਦਾ, ਅਤੇ ਫਿਰ ਜਾ ਕੇ ਪ੍ਰਕਾਸ਼ ਦੇ ਵਿੱਚ ਮਿਲ ਜਾਂਦਾ। ਜਦੋਂ ਪ੍ਰਕਾਸ਼ ਹੋ ਜਾਂਦਾ, ਫਿਰ ਉਹ ਪ੍ਰਕਾਸ਼ ਦੇ ਵਿੱਚ ਦੇਖ ਦੇਖ ਕੇ ਉਹ ਜੋਤ ਵਿੱਚ ਮਿਲ ਜਾਂਦੀ। ਹੁਣ ਇਹ ਹੈ ਪੰਜਾਂ ਸ਼ਬਦਾਂ ਦਾ, ਇੱਦਾਂ ਮਹਾਰਾਜ ਨੇ ਦੱਸਿਆ ਹੋਇਆ। ਅਨਹਦ ਸ਼ਬਦਾਂ ਨੂੰ ਵੀ ਦੱਸਿਆ ਮਹਾਰਾਜ ਨੇ ਕਿ ਵੱਜਦੇ ਅਨਹਦ ਬਾਣੀ ਅੰਦਰ ਵੱਜਦੀ ਆ। ਅਤੇ ਹੁਣ ਕਈ ਵਾਰੀ ਕਈ ਜਿਹੜੇ ਜੀਵ ਆ ਸੰਸਾਰ ਵਿੱਚ, ਉਹ ਦ੍ਰਿਸ਼ਟਮਾਨ ਰੂਪ ਦੇ ਵਿੱਚ ਸਮਝ ਲੈਂਦੇ ਕਿ ਪੰਜ ਸ਼ਬਦ ਦਿੱਤੇ ਜਾਂਦੇ ਆ। ਹੁਣ ਇਹ ਥੋੜ੍ਹਾ ਜਿਹਾ ਤੁਹਾਨੂੰ ਗਿਆਨ ਵਾਸਤੇ, ਆਪਣੀ ਜਾਣਕਾਰੀ ਵਾਸਤੇ ਦੱਸ ਰਹੇ ਹਾਂ। ਗਿਆਨ ਜਿਹੜਾ ਹੁੰਦਾ ਹੈ, ਇਹਦਾ ਮਕਸਦ ਹੁੰਦਾ ਕਿ ਆਪਣੇ ਜੀਵਨ ਦੀ ਅਸੀਂ ਸੇਧ ਲਈਏ। ਇੱਕ ਹੁੰਦਾ ਆ ਕਿ ਅਸੀਂ ਉਹ ਫਿਰ ਗਿਆਨ ਖੋਜ ਕਰਦੇ ਹਾਂ ਗੁਰਬਾਣੀ ਰਾਹੀਂ, ਅਤੇ ਫਿਰ ਆਪਣੇ ਸਰੀਰ ਦੀ ਵੀ ਖੋਜ ਕਰਦੇ ਹਾਂ, ਪ੍ਰੈਕਟੀਕਲ ਤੌਰ 'ਤੇ ਉਹ ਗਿਆਨ ਹੋਵੇ। ਇੱਕ ਹੁੰਦਾ ਹੈ ਗਿਆਨ ਜਿਹੜਾ ਆ ਅਸੀਂ
ਆਪਣੇ ਜੀਵਨ ਦੇ ਵਿੱਚ ਇਸ ਤਰੀਕੇ ਨਾਲ ਇਸਤੇਮਾਲ ਕਰਦੇ ਹਾਂ ਕਿ ਸਾਨੂੰ ਸਹੀ ਅਤੇ ਗਲਤ ਦਾ ਪਤਾ ਲੱਗ ਜਾਏ, ਅਸੀਂ ਮਾਇਆ ਅਤੇ ਬ੍ਰਹਮ ਨੂੰ ਇੱਕ ਦੂਸਰੇ ਤੋਂ ਅੱਡ ਕਰ ਸਕੀਏ, ਸਾਡਾ ਜਿਹੜਾ ਮਨ ਆ ਉਹ ਲਿਵ ਦਾ ਰਾਹ ਅਖਤਿਆਰ ਕਰਕੇ ਸੱਚੇ ਮਹਿਲ ਦੇ ਵਿੱਚ ਪਹੁੰਚੇ, ਸੁਨ ਵਿੱਚ ਪਹੁੰਚੇ, ਸਤਿਗੁਰ ਦੇ ਵਿੱਚ ਲੀਨ ਹੋ ਜਾਏ। ਜੋ ਸੱਚ ਸਰੂਪ ਪ੍ਰਮਾਤਮਾ ਦਾ ਰੂਪ ਆ, ਸਤਿਗੁਰ ਪ੍ਰਮਾਤਮਾ ਨੂੰ ਵੀ ਕਿਹਾ ਹੋਇਆ, ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀ ਨੂੰ ਕਿਹਾ ਹੋਇਆ, ਉਹਨਾਂ ਦਾ ਜਿਹੜਾ ਸੱਚ ਸਰੂਪ ਧਿਆਨ ਗੁਰੂ ਸਾਹਿਬ ਨੇ ਹੁਕਮ ਕੀਤਾ ਹੋਇਆ ਸਿੱਖਾਂ ਨੂੰ ਕਰਨ ਨੇ, ਜੋ 10ਵੇਂ ਪਾਤਸ਼ਾਹ ਨੇ ਕੀਤਾ, ਉਹ ਸਤ ਸਰੂਪ ਹੈਗਾ ਪ੍ਰਕਾਸ਼ ਰੂਪ। ਪ੍ਰਕਾਸ਼ ਦੇ ਵਿੱਚ ਸਾਡਾ ਮਨ ਲੀਨ ਹੋ ਜਾਏ, ਇਹ ਸਾਡਾ ਆਖਰੀ ਮਕਸਦ ਹੁੰਦਾ ਹੈ ਕਿ ਅਸੀਂ ਅਭੇਦ ਹੋ ਜਾਈਏ ਪ੍ਰਮਾਤਮਾ ਦੇ ਨਾਲ, ਸਤਿਗੁਰ ਦੇ ਨਾਲ। ਹੁਣ ਕਈ ਜੀਵ ਐਸੇ ਨੇ, ਇਹ ਹੁਣ ਗਿਆਨ ਆਪਣੇ ਵਾਸਤੇ ਹੈ ਕਿ ਜਾਣਕਾਰੀ ਲਈ, ਕਈਆਂ ਨੂੰ ਹੁੰਦਾ ਵਿਚਾਰ ਫੁਰਨੇ, ਉਹਨਾਂ ਨੂੰ ਹੁੰਦਾ ਹੈ ਕਿ ਮੈਨੂੰ ਇਹ ਜਾਣਕਾਰੀ ਮਿਲ ਜਾਏ। ਜਾਣਕਾਰੀ ਗਿਆਨ ਜਿਹੜਾ ਆ, ਜੇਕਰ ਅਸੀਂ ਉਹਦਾ ਇਸਤੇਮਾਲ ਕਰਦੇ ਹਾਂ ਹਉਮੈ ਲਈ, ਉਹ ਫਿਰ ਸਾਡੇ ਲਈ ਉਹ ਗਿਆਨ ਜਿਹੜਾ ਆ ਹਉਮੈ ਜਿਹੜਾ ਵਧਾਵੇ, ਉਹਦਾ ਫਾਇਦਾ ਨਹੀਂ ਹੁੰਦਾ। ਜਿਹੜੀ ਹੁੰਦਾ ਗਿਆਨ ਕਿ ਸਾਡੇ ਫੁਰਨੇ ਵਿਚਾਰ ਜਿਸ ਨਾਲ ਖਤਮ ਹੋ ਜਾਂਦੇ ਆ, ਅਤੇ ਅਸੀਂ ਜਦੋਂ ਇੱਦਾਂ ਅਭਿਆਸ ਕਰਦੇ ਹਾਂ ਕਿ ਗਿਆਨ ਹਾਸਲ ਕਰ ਲਈਏ ਕਿ ਸਾਨੂੰ ਇੰਨਾ ਕੁ ਪਤਾ ਲੱਗ ਜਾਏ ਕਿ ਕੀ ਚੱਲ ਰਿਹਾ ਸੰਸਾਰ ਵਿੱਚ ਅਤੇ ਸਾਡਾ ਮਨ ਕਿੱਧਰਲੇ ਪਾਸੇ ਨੂੰ ਜਾਣਾ ਚਾਹੀਦਾ, ਫਿਰ ਅਸੀਂ ਕਦੇ ਗਲਤ ਰਾਹ 'ਤੇ ਨਹੀਂ ਪੈ ਸਕਦੇ। ਉਹ ਅਸੀਂ ਜਾਣਕਾਰੀ ਜਿਹੜੀ ਹੈ ਉਹ ਲੈਂਦੇ ਹਾਂ ਅਤੇ ਉਹ ਸਾਡੇ ਲਈ ਫਾਇਦੇਮੰਦ ਹੁੰਦੇ ਆ। ਹੁਣ ਇਹ ਜਾਣਕਾਰੀ ਜਿਹੜੀ ਤੁਹਾਨੂੰ ਦੇ ਰਹੇ ਹਾਂ, ਇਹ ਹੈ ਕਿ ਕਈ ਸੰਸਥਾਵਾਂ ਐਸੀਆਂ ਨੇ ਸੰਸਾਰ ਵਿੱਚ, ਉਹਨਾਂ ਨੂੰ ਸਤਿਗੁਰੂ ਦਾ ਭੇਦ ਨਹੀਂ ਹੁੰਦਾ। ਉਹ ਕੀ ਕਰਦੇ ਆ, ਆਮ ਕਿਸੇ ਵਿਅਕਤੀ ਨੂੰ ਸਤਿਗੁਰੂ ਸਮਝਣ ਲੱਗ ਪੈਂਦੇ ਆ। ਅਤੇ ਕਈ ਤੁਸੀਂ ਸੁਣੋਗੇ ਉਹ ਮੈਡੀਟੇਸ਼ਨ ਵੀ ਕਰਦੇ ਆ, ਮਿਹਨਤ ਤਾਂ ਕਰਦੇ ਆ ਆਪਣੀ ਕਿ ਅਸੀਂ ਪ੍ਰਮਾਤਮਾ ਨਾਲ ਮਿਲਾਪ ਕਰੀਏ, ਪਰ ਉਹਨਾਂ ਨੂੰ ਭੇਦ ਨਹੀਂ ਹੁੰਦਾ 5 ਸ਼ਬਦਾਂ ਦਾ। ਉਹ ਫਿਰ ਜਿਹੜੇ ਉਹਨਾਂ ਨੂੰ 5 ਸ਼ਬਦ ਦਿੱਤੇ ਜਾਂਦੇ ਆ, ਉਹ ਜ਼ਿਆਦਾਤਰ ਦ੍ਰਿਸ਼ਟਮਾਨ ਦੇ ਵਿੱਚ ਉਹਨਾਂ ਨੂੰ ਦੱਸਿਆ ਜਾਂਦਾ, ਕਿਉਂਕਿ ਉਹਨਾਂ ਨੂੰ ਇਸ ਸੂਖਮ ਸਹੀ ਰਾਹ ਦਾ ਗਿਆਨ ਨਹੀਂ ਹੁੰਦਾ। ਇੱਕ ਸੰਸਥਾ ਉਹਦਾ ਨਾਂ ਨਹੀਂ ਲੈਣਾ, ਪਰ ਉਹ ਕੀ ਕਰਦੇ ਆ, ਉਹ 5 ਸ਼ਬਦ ਦਿੰਦੇ ਆ ਆਪਣੇ ਕੋਲੋਂ ਦ੍ਰਿਸ਼ਟਮਾਨ। ਉਹ 5 ਸ਼ਬਦ ਕਿਹੜੇ ਆ, ਉਸ ਲਿਖਣ ਪੜ੍ਹਨ ਦੇ ਵਿੱਚ ਆ। ਹੁਣ ਵਿਚਾਰ ਅਸੀਂ ਕੀਤੀ ਸੀਗੀ ਕਿ ਅਨਹਦ ਸ਼ਬਦ 5 ਸ਼ਬਦ ਜਿਹੜੇ ਗੁਰਮਤਿ ਵਿੱਚ ਦੱਸੇ ਆ, ਗੁਰਬਾਣੀ ਵਿੱਚ ਦੱਸੇ ਆ, ਲਿਖਣ ਪੜ੍ਹਨ 'ਚ ਨਹੀਂ ਆਉਂਦੇ। ਜਿਹੜੇ ਉਹ ਦਿੰਦੇ ਆ ਸੰਸਥਾਵਾਂ, ਉਹ ਤੁਹਾਨੂੰ ਜਾਣਕਾਰੀ ਵਾਸਤੇ ਦੱਸ ਦਿੰਦੇ ਆ। ਉਹ ਸ਼ਬਦ ਦੇ ਦਿੰਦੇ ਜੋਤ ਨਿਰੰਜਨ, ਓਅੰਕਾਰ, ਰਾਰਾ ਰੰਕਾਰ, ਜੋ ਭਗਤ ਕਬੀਰ ਜੀ ਦੀ ਬਾਣੀ ਦੇ ਵਿੱਚ ਆ। ਰਾਰਾ ਰੰਕਾਰ ਉਹ ਸ਼ਬਦ ਹੈਗਾ ਆ ਭਗਤ ਕਬੀਰ ਜੀ ਦੀ ਬਾਣੀ ਦੇ ਵਿੱਚੋਂ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਬਾਹਰ ਆ। ਸੋ ਜੋਤ ਨਿਰੰਜਨ, ਓਅੰਕਾਰ, ਰਾਰਾ ਰੰਕਾਰ, ਸੋਹੰਗ ਅਤੇ ਸਤਨਾਮ, ਇਹ 5 ਸ਼ਬਦ ਨੇ ਜਿਹੜੇ ਉਹ ਦ੍ਰਿਸ਼ਟਮਾਨ ਰੂਪ ਦੇ ਵਿੱਚ ਦਿੰਦੇ ਆ। ਫਿਰ ਉਹਨਾਂ ਤੋਂ ਇੱਕ ਆਫਸ਼ੂਟ ਹੋਰ ਚੱਲੀ ਸੰਸਾਰ ਵਿੱਚ, ਉਹ ਆਪਣੇ ਕੋਲੋਂ ਹੋਰ ਸ਼ਬਦ ਦੇਣ ਲੱਗ ਪਏ। ਪਹਿਲਾਂ ਉਹ ਹੁਣ ਤਾਂ ਦਿੰਦੇ ਸੀਗੇ ਸਤਿਪੁਰਖ ਅਕਾਲ ਮੂਰਤ ਸ਼ਬਦ ਸਰੂਪੀ ਰਾਮ, ਅਤੇ ਨਾਲ ਪਹਿਲਾਂ ਦਿੰਦੇ ਹੁੰਦੇ ਸੀ ਨਿਰੰਕਾਰ ਅਤੇ ਅਬਿਨਾਸੀ, ਅਤੇ ਉਹ ਦੇਣੋਂ ਹਟ ਗਏ ਜਿਹੜੇ ਨਿਰੰਕਾਰ ਅਤੇ ਅਬਿਨਾਸੀ, ਅਤੇ ਉਹ 3 ਸ਼ਬਦਾਂ ਤੱਕ ਸੀਮਿਤ ਰਹਿ ਗਏ ਜਿਹੜੇ ਦ੍ਰਿਸ਼ਟਮਾਨ ਹੈ, ਸਤਿਪੁਰਖ ਅਕਾਲ ਮੂਰਤ ਅਤੇ ਸ਼ਬਦ ਸਰੂਪੀ ਰਾਮ। ਉਹ ਜਿਹੜੇ ਆ ਉਹ ਵੀ ਖਾਲਸਾ ਪੰਥ ਤੋਂ ਅੱਡ ਹੋਏ ਹੋ ਆ, ਕਿਉਂਕਿ ਉਹ ਸਤਿਗੁਰ ਕਿਸੇ ਵਿਅਕਤੀ ਨੂੰ ਮੰਨੀ ਜਾਂਦੇ। ਫਿਰ ਕਈ ਸੰਸਥਾਵਾਂ ਐਸੀਆਂ ਨੇ, ਉਹ ਕੀ ਕਰਦੇ ਆ, ਉਹ ਸਿੱਧਾ ਸੋਹੰਗ ਦਾ ਜਾਪ ਕਰਾਉਂਦੇ ਆ। ਸੋਹੰਗ ਜਿਹੜਾ ਉਹ ਗੁਰਬਾਣੀ ਦੇ ਵਿੱਚ ਸ਼ਬਦ ਆਉਂਦਾ ਆ, ਅਤੇ ਸੋਹੰਗ ਦਾ ਜਾਪ ਉਹ ਕਰਾਉਂਦੇ ਆ। ਉਹ ਕਈ ਸੰਸਥਾਵਾਂ ਐਸੀਆਂ ਨੇ। ਕਈ ਸਾਡੇ ਖਾਲਸਾ ਪੰਥ ਦੇ ਵਿੱਚ ਸੰਸਥਾਵਾਂ ਆ, ਉਹ ਵਾਹਿਗੁਰੂ ਗੁਰਮੰਤਰ ਸਿੱਧਾ ਅਭਿਆਸ ਨਹੀਂ ਕਰਾਉਂਦੇ, ਉਹ ਸਿਰਫ ਸਤਨਾਮ ਵਾਹਿਗੁਰੂ ਕਰਾਉਂਦੇ ਆ। ਕਈ ਐਸੇ ਨੇ ਸੰਸਾਰ ਵਿੱਚ, ਉਸ ਜੀਵ ਐਸੇ ਆ, ਉਹ ਪੱਥਰ ਦੀ ਮੂਰਤੀਆਂ ਦੀ ਪੂਜਾ ਕਰਦੇ ਆ, ਅਤੇ ਕਈ ਐਸੇ ਆ ਜਿਹੜੇ ਕਿਸੇ ਫੋਟੋ ਦੀ ਅਰਾਧਨਾ ਕਰਦੇ ਆ। ਇਹ ਤੁਹਾਨੂੰ ਜਾਣਕਾਰੀ ਵਾਸਤੇ ਦੱਸ ਰਹੇ ਹਾਂ, ਕਿਉਂਕਿ ਸਾਡੇ ਮਨ ਨੂੰ ਭੇਦ ਹੋਣਾ ਚਾਹੀਦਾ ਕਿ ਜਿਸ ਇਲਾਕੇ ਦੇ ਵਿੱਚ ਅਸੀਂ ਜਾਣਾ ਆ, ਉੱਥੇ ਨਾ ਕੋਈ ਆਕਾਰ ਆ। ਜਿਹੜੇ 5 ਸ਼ਬਦਾਂ ਨਾਲ ਅਸੀਂ ਜੁੜਨਾ ਆ, ਉਹ ਅੰਤਰਗਤ ਚੱਲਦੇ ਆ, ਅਤੇ ਭਗਤ ਕਬੀਰ ਜੀ, ਗੁਰੂ ਸਾਹਿਬਾਨਾਂ ਨੇ, ਹੋਰ ਅਨੇਕਾਂ ਭਗਤਾਂ ਨੇ, ਗੁਰਸਿੱਖਾਂ ਨੇ, ਜਿਨ੍ਹਾਂ ਨੇ ਅਭਿਆਸ ਕੀਤਾ, ਉਹ 5 ਸ਼ਬਦਾਂ ਤੱਕ ਪਹੁੰਚੇ ਜਿਹੜੇ ਅੰਤਰਗਤ ਚੱਲ ਰਹੇ ਆ। ਉਹ ਸਾਡੇ ਲਿਖਣ ਪੜ੍ਹਨ 'ਚ ਨਹੀਂ ਆਉਂਦੇ। ਇਹ ਜਿੰਨੇ ਇੱਥੇ ਜਾਣਕਾਰੀ ਵਾਸਤੇ ਦੱਸੇ ਕਿ ਵੱਖ-ਵੱਖ ਸੰਸਥਾਵਾਂ ਕੀ ਕਰਦੀਆਂ ਆ, ਇਹ ਸਾਰੇ ਦ੍ਰਿਸ਼ਟਮਾਨ ਰੂਪ ਦੇ ਵਿੱਚ ਆ, ਅਤੇ ਇਹ ਉਹ ਸ਼ਬਦ ਦ੍ਰਿਸ਼ਟਮਾਨ ਜੀ ਦੇ ਰਹੇ ਆ। ਉਹ ਭੁਲੇਖਾ ਪੈ ਜਾਂਦਾ ਲੋਕਾਂ ਨੂੰ ਕਿ ਇਹ 5 ਸ਼ਬਦ ਕਿਹੜੇ ਆ।
ਸੋ ਗੁਰਬਾਣੀ ਦੀ ਅਸੀਂ ਖੋਜ ਕਰਨੀ ਹੁੰਦੀ, ਗੁਰਬਾਣੀ ਮੁਤਾਬਕ ਚੱਲਣਾ ਆ। ਅਤੇ ਜਦੋਂ ਅਸੀਂ ਇਸ ਤਰੀਕੇ ਨਾਲ ਅਭਿਆਸ ਕਰਦੇ ਹਾਂ ਗੁਰਮਤ ਮੁਤਾਬਕ, ਅਤੇ ਮਹਾਰਾਜ ਕਹਿੰਦੇ ਆ ਪੰਚੇ ਸ਼ਬਦ ਵਜੇ ਮਤ ਗੁਰਮਤ, ਕਿ 5 ਸ਼ਬਦ ਜਿਹੜੇ ਆ ਉਹ ਗੁਰੂ ਦੀ ਮਤ ਦੁਆਰਾ ਵੱਜਦੇ ਨੇ। ਪੰਚੇ ਸ਼ਬਦ ਵਜੇ ਮਤ ਗੁਰਮਤ, ਵਡਭਾਗੀ ਅਨਹਦ ਵਜਿਆ ਅਨੰਦ ਮੂਲ, ਰਾਮ ਸਭ ਦੇਖਿਆ ਗੁਰ ਸਬਦੀ ਗੋਬਿੰਦ ਗੱਜਿਆ। ਕਿ ਜਦੋਂ ਅਸੀਂ ਅਨਹਦ ਸ਼ਬਦਾਂ ਤੱਕ ਪਹੁੰਚਦੇ ਹਾਂ ਅਤੇ ਜਿਉਂ-ਜਿਉਂ ਅਸੀਂ ਅਭਿਆਸ ਕਰਦੇ ਹਾਂ ਪ੍ਰਮਾਤਮਾ ਦੇ ਦਰਸ਼ਨ ਹੁੰਦੇ ਆ, ਅਤੇ ਮਹਾਰਾਜ ਫਿਰ ਗੱਜਦੇ ਵੀ ਆ। ਅਤੇ ਆਮ ਵਿਅਕਤੀ ਉਸ ਨੂੰ ਝੱਲ ਨਹੀਂ ਸਕਦਾ, ਉਸ ਸ਼ਬਦ ਨੂੰ ਜਦੋਂ ਅਸੀਂ ਅੰਦਰ ਸੁਣਦੇ ਹਾਂ, ਜਿਹਨੂੰ ਜਦੋਂ ਪ੍ਰਮਾਤਮਾ ਗੱਜਦੇ ਆ, ਸਾਡੇ ਜਿਹੜਾ ਮਨ ਆ ਕਈ ਵਾਰੀ ਭੈਭੀਤ ਹੋ ਜਾਂਦਾ, ਇੰਨੀ ਉੱਚੀ ਆਵਾਜ਼ ਆਉਂਦੀ। ਕਈਆਂ ਨੂੰ ਐਸਾ ਹੁੰਦਾ, ਉਹ ਅਭਿਆਸ ਕਰਦੇ ਆ, ਉਹਨਾਂ ਨੂੰ ਇੱਦਾਂ ਲੱਗਦਾ ਜਿਵੇਂ ਕਿ ਛੱਤ ਉੱਡ ਗਈ, ਕਿ ਬਹੁਤ ਵੱਡਾ ਸਾਰਾ ਧਮਾਕਾ ਹੋਇਆ। ਉਹ ਫਿਰ ਅੱਖਾਂ ਖੋਲ੍ਹ ਕੇ ਬਾਹਰ ਦੇਖਣ ਲੱਗ ਪੈਂਦੇ ਕਿ ਕੀ ਹੋਇਆ। ਉਹ ਅਸਲ ਵਿੱਚ ਸ਼ਬਦ ਅੰਦਰੋਂ ਹੁੰਦਾ ਹੈ ਅਤੇ ਉਹ ਪ੍ਰਮਾਤਮਾ ਆਪ ਗੱਜੇ ਹੁੰਦੇ। ਆਮ ਵਿਅਕਤੀ ਉਸ ਨੂੰ ਜਰ ਨਹੀਂ ਸਕਦਾ, ਤਾਂ ਉਸ ਸ਼ਬਦ ਨੂੰ ਅਜਰ ਕਹਿ ਦਿੱਤਾ ਆ। ਗੁਰੂ ਸਾਹਿਬ ਨੇ ਸਾਨੂੰ ਕਿਹਾ ਕਿ ਅਸੀਂ ਉਸ ਅਵਸਥਾ ਨੂੰ ਹਾਸਲ ਕਰਨਾ, ਅਜਰ ਜਰੈ ਸੋ ਨਿਜਰ ਝਰੈ, ਜਗਨਨਾਥ ਸਿਉ ਗੋਸ਼ਟ ਕਰੈ। ਕਹਿੰਦੇ ਜਿਹੜਾ ਅਜਰ ਨੂੰ ਜਰ ਲਊਗਾ ਅਤੇ ਨਿਜਰ ਝਰੈ ਦਾ ਮਤਲਬ ਜਿਹਨੂੰ ਫਿਰ ਅੰਦਰੋਂ ਅੰਮ੍ਰਿਤ ਰਸ ਆਊਗਾ। ਨਿਜਰ ਝਰੈ ਜਗਨਨਾਥ ਸਿਉ ਗੋਸ਼ਟ ਕਰੈ, ਜਗਨਨਾਥ ਪਰਮਾਤਮਾ ਦੇ ਨਾਲ ਫਿਰ ਅੰਦਰ ਗੋਸ਼ਟੀ ਹੁੰਦੀ ਆ, ਅਰਥਾਤ ਕਿ ਉਹਨਾਂ ਨਾਲ ਤੁਸੀਂ ਬਚਨ ਵਿਲਾਸ ਕਰ ਸਕਦੇ। ਹੁਣ ਉਸ ਸ਼ਬਦ ਨੂੰ ਜਰਿਆ ਕਿਵੇਂ ਜਾਏ, ਕਿਉਂਕਿ ਆਮ ਵਿਅਕਤੀ ਉਹਨੂੰ ਜਰ ਨਹੀਂ ਸਕਦਾ। ਜਿਹੜਾ ਸ਼ਬਦ ਦੀ ਇੱਦਾਂ ਗੂੰਜ ਪੈਂਦੀ ਆ, ਸ਼ਬਦ ਇੱਦਾਂ ਧਮਾਕਾ ਅੰਦਰ ਹੁੰਦਾ ਆ, ਪ੍ਰਮਾਤਮਾ ਗੱਜਦੇ ਆ। ਜਿਸ ਗੁਰਮੁਖ ਨੇ ਗੁਰਮੰਤਰ ਦਾ ਸਿਮਰਨ ਰੋਮ ਰੋਮ ਸਿਮਰਨ ਤੱਕ ਕੀਤਾ ਹੁੰਦਾ, ਰੋਮ ਰੋਮ ਸਿਮਰਨ ਅਭਿਆਸ ਕੀਤਾ ਹੁੰਦਾ, ਉਹ ਉਸ ਸ਼ਬਦ ਨੂੰ ਸੁਣਨ ਸਾਰ ਉਹਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਉਹਨੇ ਅਭਿਆਸ ਐਸਾ ਕੀਤਾ ਹੁੰਦਾ ਆ ਕਿ ਉਹ ਜਰ ਲੈਂਦਾ। ਆਮ ਵਿਅਕਤੀ ਕਈਆਂ ਦੇ ਤਾਲੂ ਵੀ ਫਟ ਸਕਦਾ ਹੈ ਜੇ ਉਹਨਾਂ ਨੇ ਅਭਿਆਸ ਨਹੀਂ ਚੰਗੀ ਤਰ੍ਹਾਂ ਕੀਤਾ। ਤਾਂ ਇਹ ਜ਼ਰੂਰੀ ਹੈ ਕਿ ਅਸੀਂ ਸਟੈਪ ਬਾਏ ਸਟੈਪ ਅਭਿਆਸ ਕਰੀਏ। ਸਾਸ ਗ੍ਰਾਸ ਸਿਮਰਨ, ਸਾਸ ਸਾਸ ਸਿਮਰਨ ਕਰਦੇ ਕਰਦੇ ਅਸੀਂ ਇਹੀ ਸਿੱਖ ਰਹੇ ਹਾਂ, ਵਿਚਾਰਾਂ ਤੋਂ ਰਹਿਤ ਹੁੰਦੇ ਸੁਣ ਵਿੱਚ ਚਲੇ ਜਾਈਏ। ਅਤੇ ਫਿਰ ਅਸੀਂ ਰੋਮ ਰੋਮ ਸਿਮਰਨ ਕਰਦੇ ਹਾਂ ਕਿ ਸਾਡਾ ਸਰੀਰ ਜਿਹੜਾ ਪੂਰੀ ਤਰ੍ਹਾਂ ਉਹ ਜਰ ਸਕੇ ਉਸ ਸ਼ਬਦ ਨੂੰ। ਅਤੇ ਫਿਰ ਨਾਲ ਨਾਲ ਇੱਦਾਂ ਵਿਚਾਰਾਂ ਤੋਂ ਰਹਿਤ ਹੁੰਦੇ ਜਾਂਦੇ ਹਾਂ, ਵਿਚਾਰ ਬਹੁਤ ਘੱਟ ਆਉਣ ਲੱਗ ਪੈਂਦੇ ਆ। ਅਤੇ ਫਿਰ ਅਸੀਂ ਅਨਹਦ ਬਾਣੀ ਨੂੰ ਸੁਣਦੇ ਸੁਣਦੇ ਵੀ ਅਸੀਂ ਕੋਸ਼ਿਸ਼ ਕਰਨੀ ਹੁੰਦੀ ਹੈ ਕਿ ਪਹਿਲਾਂ ਸੁਣ 'ਚ ਚਲੇ ਜਾਈਏ, ਸੁਣ 'ਚ ਫਿਰ ਸਮਾ ਜਾਈਏ। ਫਿਰ ਸਾਡੀ ਪ੍ਰੈਕਟਿਸ ਬਣ ਜਾਂਦੀ ਹੈ ਕਿ ਅਸੀਂ ਇਸ ਤਰੀਕੇ ਨਾਲ ਅਭਿਆਸ ਕਰਦੇ ਹਾਂ ਕਿ ਜਿਹੜਾ ਸਾਡਾ ਮਨ ਆ ਉਹ ਸ਼ਬਦ ਨੂੰ ਵੀ ਜਰ ਸਕੇ ਅਤੇ ਇਸ ਸਰੀਰ ਦਾ ਕੋਈ ਨੁਕਸਾਨ ਵੀ ਨਾ ਹੋਵੇ। ਹੁਣ ਬਾਕੀ ਇਹਦਾ ਨਾਲ ਕਿਸੇ ਗੁਰਮੁਖਾਂ ਨੇ ਸਵਾਲ ਕੀਤਾ, ਕਹਿੰਦੇ ਕਿ ਸਹਿਜ ਤੁਹਾਨੂੰ ਸੁਣਨ ਦੀ ਕੋਸ਼ਿਸ਼ ਕਰਦੇ ਪਰ ਸੂਖਮ ਵਿਚਾਰ ਆਉਂਦੇ ਆ। ਇਹੀ ਐਕਸਪਲੇਨ ਕੀਤਾ ਸੀਗਾ ਪਹਿਲਾਂ ਕਿ ਕਈ ਗੁਰਮੁਖ ਜਨ ਅੰਦਰੋਂ ਨਾਮ ਨੂੰ ਸੁਣ ਲੈਂਦੇ ਆ, ਅਨਹਦ ਸ਼ਬਦਾਂ ਨੂੰ ਸੁਣ ਲੈਂਦੇ ਆ। ਕੋਸ਼ਿਸ਼ ਇਹ ਕਰਨੀ ਹੁੰਦੀ ਹੈ ਕਿ ਜੇਕਰ ਤੁਹਾਨੂੰ ਫਿਰ ਵੀ ਉੱਥੇ ਕੋਈ ਵਿਚਾਰ ਆਵੇ, ਇੱਕ ਤਾਂ ਤੁਸੀਂ ਕੋਸ਼ਿਸ਼ ਕਰੋ ਕਿ ਰੋਮ ਰੋਮ ਸਿਮਰਨ ਦੀ ਪ੍ਰੈਕਟਿਸ, ਜਿਨ੍ਹਾਂ ਨੂੰ ਵੀ ਅਨਹਦ ਸ਼ਬਦ ਅੰਦਰੋਂ ਸੁਣਦੇ ਆ, ਰੋਮ ਰੋਮ ਸਿਮਰਨ ਦੀ ਪ੍ਰੈਕਟਿਸ ਜ਼ਰੂਰ ਕਰਿਆ ਕਰੋ। ਤੁਸੀਂ ਨਬਜ ਤੋਂ ਸ਼ੁਰੂ ਕਰ ਸਕਦੇ ਹੋ, ਅੰਗੂਠਾ ਰੱਖ ਕੇ ਨਾ ਨਬਜ 'ਤੇ, ਇੱਕ ਪਾਸੇ ਹੱਥ 'ਤੇ ਆਪੋਜ਼ਿਟ ਹੈਂਡ 'ਤੇ, ਉਲਟਾ ਹੱਥ 'ਤੇ ਤੁਸੀਂ ਆਪਣਾ ਅੰਗੂਠਾ ਰੱਖ ਕੇ ਉੱਤੇ ਨਬਜ ਨੂੰ ਮਹਿਸੂਸ ਕਰੀ ਜਾਣਾ, ਉਹਨੂੰ ਫੀਲ ਕਰਨਾ ਹੈ। ਅਤੇ ਨਾਲ ਨਾਲ ਸੁਰਤੀ ਦੁਆਰਾ ਗੁਰਮੰਤਰ ਦਾ ਅਭਿਆਸ ਕਰਨਾ। ਜਿਉਂ ਜਿਉਂ ਟੱਪਦੀ ਹੈ ਤੁਸੀਂ ਵਾਹਿਗੁਰੂ ਵਾਹਿਗੁਰੂ ਅੰਦਰ ਕਰਨਾ ਹੈ, ਅੰਤਰਗਤ ਬਿਨਾਂ ਬੋਲੇ ਹੋਏ ਸ਼ਬਦ ਦਾ ਅਭਿਆਸ ਕਰੀ ਜਾਣਾ ਹੈ ਸੁਰਤੀ ਦੁਆਰਾ। ਅਤੇ ਫਿਰ ਜਿਉਂ ਜਿਉਂ ਅਸੀਂ ਸਾਹ ਨੂੰ ਥੋੜ੍ਹਾ ਥੋੜ੍ਹਾ ਰੋਕ ਕੇ ਅਸੀਂ ਜਿੰਨਾ ਕੁ ਇਕਾਗਰ ਕਰ ਸਕਦੇ ਹਾਂ ਆਪਣੇ ਮਨ ਨੂੰ, ਉਹਨਾਂ ਫਿਰ ਹਿਰਦੇ ਦੀ ਧੜਕਣ ਨਾਲ ਜੁੜ ਕੇ ਉਹਦੇ ਨਾਲ ਅਭਿਆਸ ਕਰਨ ਲੱਗ ਪਈਦਾ। ਫਿਰ ਜਿੱਥੇ ਜਿੱਥੇ ਸਾਡੇ ਜਿਵੇਂ ਜਿੰਨੀਆਂ ਵੀ ਸਾਡੀਆਂ ਨਾੜਾਂ ਆ, ਹਿਰਦੇ ਦੇ ਪੰਪ ਕਰਨ ਦੇ ਨਾਲ, ਹਾਰਟ ਦੇ ਬੀਟ ਦੇ ਨਾਲ, ਇਹ ਸਾਰੀਆਂ ਹਰਕਤ ਕਰਦੀਆਂ ਸਾਡੀਆਂ ਨਾੜਾਂ ਜਿਹੜੀਆਂ ਸਾਡੇ ਸਰੀਰ ਦੇ ਵਿੱਚ ਆ। ਅਤੇ ਪਲਸ ਜਿੱਥੇ ਵੀ ਤੁਸੀਂ ਮਹਿਸੂਸ ਕਰੋਗੇ ਆਪਣੇ ਸਰੀਰ ਦੇ ਵਿੱਚ, ਉਹਦੇ ਨਾਲ ਰੋਮ ਰੋਮ ਸਿਮਰਨ ਅਭਿਆਸ ਚੱਲਣ ਲੱਗ ਪਊਗਾ, ਕਿਉਂਕਿ ਗੁਰਮੰਤਰ ਦੀ ਆਵਾਜ਼ ਤੁਹਾਨੂੰ ਹਰੇਕ ਪਾਸੇ ਆਉਣ ਲੱਗ ਪੈਣੀ ਅੰਤਰਗਤ। ਸੋ ਜਦੋਂ ਸਾਨੂੰ ਅਨਹਦ ਸ਼ਬਦ ਇੱਦਾਂ ਸੁਣਦੇ ਆ, ਇਹ ਰੋਮ ਰੋਮ ਸਿਮਰਨ ਦਾ ਪ੍ਰੈਕਟਿਸ ਕਰਨਾ ਬਹੁਤ ਜ਼ਰੂਰੀ ਹੈ। ਜੇ ਅਸੀਂ ਇਹਦਾ ਸਹਿਜ ਧੁਨ ਨੂੰ ਸੁਣਦੇ ਹਾਂ, ਅਤੇ ਜਿਵੇਂ ਪਹਿਲਾਂ ਵਿਧੀ ਦੱਸੀ ਸੀਗੀ ਕਿ ਤੁਸੀਂ ਥੋੜ੍ਹਾ ਥੋੜ੍ਹਾ ਮੁੱਖ ਦੁਆਰਾ ਅਭਿਆਸ ਕਰੀ ਜਾਓ, ਪਰ ਜ਼ਿਆਦਾ ਤਰਜੀਹ ਦੇਣੀ ਆ ਅਨਹਦ ਸ਼ਬਦਾਂ ਨੂੰ। ਤੁਸੀਂ ਇਸ ਤਰੀਕੇ ਨਾਲ ਵੀ ਫਿਰ ਅਭਿਆਸ ਕਰਦੇ ਕਰਦੇ ਫਿਰ ਪੂਰੀ ਤਰ੍ਹਾਂ ਫੁਰਨਿਆਂ ਤੋਂ ਰਹਿਤ ਹੋਣ ਲੱਗ ਪਓਗੇ। ਪਰ ਮੇਕ ਸ਼ੋਰ ਕਰੋ ਕਿ ਰੋਮ ਰੋਮ ਸਿਮਰਨ ਜ਼ਰੂਰੀ ਕਰਦੇ ਹੋਵੋ ਜੇ ਤੁਸੀਂ ਅਨਹਦ ਸ਼ਬਦਾਂ ਨੂੰ, ਸਹਿਜ ਧੁਨ ਨੂੰ, 5 ਸ਼ਬਦਾਂ ਨੂੰ ਸੁਣਦੇ ਆ ਅੰਤਰਗਤ। ਸੋ
ਇਹ ਮਹਾਰਾਜ ਨੇ ਸਾਨੂੰ ਸੋਝੀ ਬਖਸ਼ੀ ਹੈ। ਬਾਕੀ ਇਹ ਕਿ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਹਾ ਹੋਇਆ ਹੈ, ਕਈ ਵਾਰੀ ਅਸੀਂ ਜਿਹੜੇ ਆਮ ਲੋਕ ਵੱਖ-ਵੱਖ ਸੰਸਥਾਵਾਂ ਨਾਲ ਜੁੜੇ ਹੁੰਦੇ ਆ, ਉਹਨਾਂ ਨੂੰ ਭੇਦ ਨਹੀਂ ਹੈਗਾ ਕਿ ਦਸ਼ਮੇਸ਼ ਪਿਤਾ ਦਾ ਹੁਕਮ ਕੀ ਆ। ਉਹ ਫਿਰ ਆਮ ਵਿਅਕਤੀ ਨੂੰ ਇੱਦਾਂ ਸਤਿਗੁਰ ਕਹਿਣ ਲੱਗ ਪੈਂਦੇ ਆ। ਅਤੇ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਹੋਇਆ ਕਿ ਸਤਿਗੁਰ ਇੱਕ ਤਾਂ ਪਰਮਾਤਮਾ ਨੂੰ ਕਿਹਾ ਹੋਇਆ, ਜਿਹਨੂੰ ਮਹਾਰਾਜ ਕਹਿੰਦੇ ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ ਡਿਠੈ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਕਿ ਸਤਿਗੁਰ ਨੂੰ ਤੁਸੀਂ ਅਸਲ ਵਿੱਚ ਸਾਰੇ ਦੇਖ ਰਹੇ ਆ, ਉਹ ਨਿਰਾਕਾਰ ਆ, ਨਿਰਾਕਾਰ ਪਰਮਾਤਮਾ ਸਤਿਗੁਰ ਆ, ਅਤੇ ਉਹ ਸਾਨੂੰ ਸਵਾਸਾਂ ਦੀ ਗਰਾਹੀ ਸਾਡੇ ਮੁੱਖ 'ਚ ਪਾ ਰਿਹਾ ਆ। ਤਾਂ ਮਹਾਰਾਜ ਨੇ ਕਹਿ ਦਿੱਤਾ ਹੈ ਕਿ ਵਾਹੋ ਵਾਹੋ ਸਤਿਗੁਰ ਨਿਰੰਕਾਰ ਹੈ, ਜਿਸ ਅੰਤ ਨਾ ਪਾਰਾਵਾਰ। ਕਿ ਉਸ ਸਤਿਗੁਰ ਨੂੰ ਨਿਰੰਕਾਰ ਕਹਿ ਦਿੱਤਾ ਕਿ ਉਹ ਆਕਾਰ ਤੋਂ ਰਹਿਤ ਆ, ਉਹਦਾ ਕੋਈ ਅੰਤ ਨਹੀਂ ਹੈਗਾ। ਹੁਣ ਫਿਰ ਜਿਸ ਦਾ ਮਨ, ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਆਏ ਸੰਸਾਰ ਵਿੱਚ, ਉਹਨਾਂ ਦਾ ਮਨ ਸਿੱਧਾ ਨਾਮ ਵਿੱਚੋਂ ਪ੍ਰਗਟ ਹੋਇਆ। ਉਹਨਾਂ ਨੂੰ ਵੀ ਸਤਿਗੁਰੂ ਦਾ ਖਿਤਾਬ ਦੇ ਕੇ ਭੇਜਿਆ ਸੰਸਾਰ ਵਿੱਚ, ਜਿਹਨੂੰ ਮਹਾਰਾਜ ਕਹਿੰਦੇ ਆ, ਜਿਨ ਕੋ ਸਤਿਗੁਰ ਥਾਪਿਆ ਤਿਨ ਮੇਟ ਨਾ ਸਕੇ ਕੋਏ, ਉਹਨਾਂ ਅੰਦਰ ਨਾਮ ਨਿਧਾਨ ਹੈ, ਨਾਮੋ ਪ੍ਰਗਟ ਹੋਏ। ਕਿ ਜਿਹਨੂੰ ਪ੍ਰਮਾਤਮਾ ਨੇ ਸਤਿਗੁਰੂ ਦਾ ਖਿਤਾਬ ਦੇ ਕੇ ਭੇਜਿਆ ਹੋਇਆ ਸੰਸਾਰ ਵਿੱਚ, ਉਹਨਾਂ ਦਾ ਮਨ ਜਿਹੜਾ ਨਾਮ ਤੋਂ ਪ੍ਰਗਟ ਹੁੰਦਾ ਆ। ਬਾਕੀ ਜਿੰਨੇ ਵੀ ਆਮ ਜੀਵ ਆ ਸੰਸਾਰ ਵਿੱਚ ਜਿਹੜੇ ਆਉਂਦੇ ਆ, ਅਤੇ ਜਿਹੜੇ ਦੂਜੇ ਅਵਤਾਰ ਹੁੰਦੇ ਆ, ਕਈ ਅਵਤਾਰ ਹੁੰਦੇ ਆ, ਜਿਵੇਂ ਕੋਈ 16 ਕਲਾ ਸੰਪੂਰਨ ਹੋਇਆ, ਕੋਈ 14 ਕਲਾ ਸੰਪੂਰਨ ਹੋਇਆ, ਉਹਨਾਂ ਦੇ ਮਨ ਅਤੇ ਸਾਡੇ ਜਿਹੜੇ ਮਨ ਆਮ ਜੀਵਾਂ ਦੇ, ਉਹ 5 ਤੱਤਾਂ ਤੋਂ ਹੀ ਪ੍ਰਗਟ ਹੁੰਦੇ, ਜਿਹਨੂੰ ਮਹਾਰਾਜ ਕਹਿੰਦੇ ਏ ਮਨ ਕਰਮਾ, ਏ ਮਨ ਧਰਮਾ, ਏ ਮਨ ਪੰਚ ਤੱਤ ਤੇ ਜਨਮ। ਕਿ 5 ਤੱਤਾਂ ਤੋਂ ਜੋ ਸੂਖਮ ਜੋਤ ਸਰੂਪ ਆ, ਪ੍ਰਕਾਸ਼ ਰੂਪ ਆ, ਉਹਨਾਂ ਤੋਂ ਇਹ ਜੋਤ ਸਰੂਪ ਮਨ ਪ੍ਰਗਟ ਹੋਇਆ। ਅਤੇ ਅਵਤਾਰ ਜਿਹੜੇ ਆਮ, ਜਿਹੜੇ ਅਵਤਾਰ ਪਹਿਲੇ ਸੀਗੇ, ਜਾਂ ਜਿਹੜੇ ਅਵਤਾਰ ਇੱਦਾਂ ਮਹਾਰਾਜ ਨੇ ਭੇਜੇ ਸੰਸਾਰ ਵਿੱਚ, ਉਹ 5 ਤੱਤਾਂ ਤੋਂ ਉਹਨਾਂ ਦਾ ਮਨ ਪ੍ਰਗਟ ਹੋਇਆ, ਅਤੇ ਉਹਨਾਂ ਦੀ ਸੁਰਤੀ ਨਾਮ ਨਾਲ ਤੋੜੀ ਨਹੀਂ ਗਈ, ਤਾਂ ਉਹਨਾਂ ਨੂੰ ਕਲਾ ਦਿੱਤੀ, ਉਹਨਾਂ ਨੇ ਕੋਈ ਨਾ ਕੋਈ ਕਰਮ ਕੀਤਾ। ਜਿਵੇਂ ਦੁਆਪਰ ਯੁੱਗ ਦੇ ਵਿੱਚ ਕ੍ਰਿਸ਼ਨ ਭਗਵਾਨ ਆਏ, ਤ੍ਰੇਤੇ ਦੇ ਵਿੱਚ ਰਾਮਚੰਦਰ ਜੀ ਆਏ। ਸਤਿਗੁਰੂ ਅਵਤਾਰ ਵੱਖਰੇ ਆ, ਉਹਨਾਂ ਦਾ ਮਨ ਸਿੱਧਾ ਹੀ ਨਾਮ ਵਿੱਚੋਂ ਪ੍ਰਗਟ ਹੋਇਆ, ਅਤੇ ਉਹ ਸੰਸਾਰ ਵਿੱਚ ਆਏ ਤਾਂ ਸਿੱਧੀ ਉਹਨਾਂ ਨੇ ਨਾਮ ਦੀ ਹੀ ਗੱਲ ਕੀਤੀ, ਅਤੇ ਨਾਮ ਦੇ ਨਾਲ ਹੀ ਸਾਰਿਆਂ ਨੂੰ ਜੋੜਿਆ। ਅਤੇ ਤਾਂ ਕਹਿ ਦਿੱਤਾ ਕਿ ਉਹ ਸਤਿਗੁਰੂ ਸਰਬ ਕਲਾ ਸਮਰੱਥ ਆ। ਬਾਕੀ ਜਿਹੜੇ ਅਵਤਾਰ ਪਹਿਲੇ ਯੁੱਗਾਂ ਦੇ ਵਿੱਚ ਹੋਏ, ਅਤੇ ਜੇ ਕਲਯੁੱਗ ਦੇ ਵਿੱਚ ਵੀ ਕੋਈ ਮਹਾਰਾਜ ਜਿੱਦਾਂ ਭੇਜਦੇ ਆ, ਅਤੇ ਉਹ ਅਵਤਾਰ ਜਿਹੜੇ ਆ, ਉਹਨਾਂ ਨੂੰ ਕੋਈ ਕਲਾ ਦੇ ਵਿੱਚ ਸੀਮਤ ਹੁੰਦੇ ਆ। ਕਿ ਜਿਵੇਂ ਕ੍ਰਿਸ਼ਨ ਭਗਵਾਨ ਜੀ ਦੁਆਪਰ ਯੁੱਗ ਦੇ ਵਿੱਚ ਆਏ, 16 ਕਲਾ ਸੰਪੂਰਨ ਸਨ। ਤ੍ਰੇਤੇ ਯੁੱਗ ਦੇ ਵਿੱਚ ਰਾਮਚੰਦਰ ਜੀ ਆਏ, 14 ਕਲਾ ਸੰਪੂਰਨ ਸਨ। ਸਤਿਗੁਰੂ ਨਾਨਕ ਦੇਵ ਜੀ ਕਲਯੁੱਗ ਦੇ ਵਿੱਚ ਆਏ, ਉਹਨਾਂ ਦਾ ਮਨ ਨਾਮ ਦੇ ਵਿੱਚੋਂ ਹੀ ਪ੍ਰਗਟ ਕੀਤਾ, ਤਾਂ ਉਹ ਸਮਰੱਥ ਕਲਾ ਸੰਪੂਰਨ ਆ। ਉਹ ਕੋਈ ਅੰਤ ਨਹੀਂ ਉਹਨਾਂ ਦਾ, ਕਿੰਨਾ ਕਲਾ ਦੇ ਵਿੱਚ ਉਹ ਸੰਪੂਰਨ ਨੇ। ਜਿਹੜੇ ਦੂਜੇ ਅਵਤਾਰ ਆ, ਉਹਨਾਂ ਦੀ ਤਾਂ ਕਲਾ ਦੀ ਗਿਣਤੀ ਹੁੰਦੀ, ਜਿਨ੍ਹਾਂ ਦੇ 5 ਤੱਤਾਂ ਤੋਂ ਮਨ ਪ੍ਰਗਟ ਕੀਤਾ ਜਾਂਦਾ। ਉਹ ਭਾਵੇਂ ਜੇ ਕਲਯੁੱਗ ਦੇ ਵਿੱਚ ਵੀ ਗਾਂ, ਜਿੱਦਾਂ ਕਈ ਜਿਹੜੇ ਜਾਣਦੇ ਆ ਉਹਨਾਂ ਨੂੰ ਪਤਾ ਕਿ ਐਂਡ 'ਤੇ ਕਲਕੀ ਅਵਤਾਰ ਦਾ ਦੱਸਿਆ ਹੋਇਆ ਆ, ਅਤੇ ਉਹਨਾਂ ਨੂੰ ਵੀ ਕੋਈ ਸੀਮਤ ਹੋਣੀ ਹੈ ਕਲਾ। ਠੀਕ ਹੈ। ਸੋ ਬਾਕੀ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਰਿਆਦਾ ਕਾਇਮ ਕੀਤੀ ਹੋਈ ਹੈ ਕਿ ਜਿਵੇਂ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਦੱਸਿਆ ਹੋਇਆ, ਕੋਈ ਵੀ ਸਿੱਖ ਜਿਹੜਾ ਆ, ਉਹ ਤਾਂ ਐਸੀ ਅਵਸਥਾ ਹਾਸਲ ਕਰ ਸਕਦਾ ਕਿ ਗੁਰੂ ਸਾਹਿਬ ਨਾਲ ਅੰਦਰੋਂ ਇੱਕਮਿਕ ਹੋ ਜਾਏ, ਜਾਂ ਸਤਿਗੁਰੂ ਨਾਲ ਇੱਕਮਿਕ ਹੋ ਜਾਏ। ਪਰ ਮਹਾਰਾਜ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਨੇ ਇਹ ਮਰਿਆਦਾ ਕਾਇਮ ਕੀਤੀ ਹੈ ਕਿ ਕਿਸ ਤਰੀਕੇ ਨਾਲ ਉਹ ਸਿੱਖ ਨੇ ਡਿਊਟੀ ਨਿਭਾਉਣੀ ਹੈ। ਮਹਾਰਾਜ ਕਹਿੰਦੇ ਗੁਰੂ ਸਿੱਖ, ਸਿੱਖ ਗੁਰੂ ਹੈ, ਇੱਕੋ ਗੁਰ ਉਪਦੇਸ਼ ਚਲਾਏ, ਰਾਮ ਨਾਮ ਮੰਤ ਹਿਰਦੈ ਦੇਵੈ, ਨਾਨਕ ਮਿਲਣ ਸੁਭਾਏ। ਕਿ ਗੁਰੂ ਅਤੇ ਸਿੱਖ ਅੰਦਰੋਂ ਇੱਕ ਹੀ ਹੋ ਜਾਂਦੇ ਆ। ਗੁਰੂ ਨੂੰ ਸਿੱਖ ਕਹਿ ਦੇ ਤਾਂ ਸਿੱਖ ਨੂੰ ਗੁਰੂ ਕਹਿ ਦੇ, ਤਾਂ ਗੁਰੂ ਸਿੱਖ, ਸਿੱਖ ਗੁਰੂ ਹੈ, ਇੱਕੋ ਗੁਰ ਉਪਦੇਸ਼ ਚਲਾਏ, ਉਹ ਇੱਕੋ ਉਪਦੇਸ਼ ਦਿੰਦੇ ਆ। ਫਿਰ ਮਹਾਰਾਜ ਕਹਿੰਦੇ ਕਿ ਉਹੀ ਜਿਹੜਾ ਉਸ ਅਵਸਥਾ 'ਤੇ ਚਲੇ ਗਿਆ, ਕਹਿੰਦੇ ਕਿ ਫਿਰ ਉਹੀ ਸਤਿਗੁਰ ਦੇ ਅਵਸਥਾ 'ਤੇ ਚਲੇ ਜਾਂਦਾ ਹੈ। ਨਾਨਕ ਗੁਰੂ, ਗੁਰੂ ਹੈ ਸਤਿਗੁਰ, ਮੈਂ ਸਤਿਗੁਰ ਸਰਨ ਮਿਲਾਵੇ ਗੋ। ਪਰ ਦਸ਼ਮੇਸ਼ ਪਿਤਾ ਨੇ ਇਹ ਮਰਿਆਦਾ ਕਾਇਮ ਕੀਤੀ ਆ ਕਿ ਜਿਹੜਾ ਸਿੱਖ ਆ, ਜੇ ਉਹ ਗੁਰੂ ਦੀ ਡਿਊਟੀ ਨਿਭਾਉਣਾ ਚਾਹੁੰਦਾ ਹੈ, ਤਾਂ ਉਹ ਸਿਰਫ ਉਦੋਂ ਕਰ ਸਕਦੇ ਆ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਹੁੰਦੇ ਆ, 5 ਪਿਆਰਿਆਂ ਦੇ ਰੂਪ ਦੇ ਵਿੱਚ ਡਿਊਟੀ ਦੇ ਰਹੇ ਹੁੰਦੇ ਆ। ਉਸ ਵੇਲੇ ਉਹ ਜਗਿਆਸੂ ਨੂੰ
ਗੁਰਮੰਤਰ ਦ੍ਰਿੜ ਕਰਾਉਂਦੇ ਨੇ, ਸ਼ਬਦ ਨਾਲ ਉਹਨਾਂ ਦੀ ਸੁਰਤੀ ਮਿਲਾਉਂਦੇ ਆ ਅਤੇ ਬ੍ਰਹਮ ਜੋਤ ਪ੍ਰਗਟ ਕਰਦੇ ਆ। ਉਸ ਵੇਲੇ ਜਦੋਂ ਸਿੱਖ ਡਿਊਟੀ ਦਿੰਦਾ ਆ, ਉਸ ਵੇਲੇ ਉਹ ਗੁਰੂ ਰੂਪ 5 ਪਿਆਰਿਆਂ ਦੇ ਵਿੱਚ ਹੀ ਡਿਊਟੀ ਦਿੰਦਾ ਆ। ਫਿਰ ਸਤਿਗੁਰੂ ਦਾ ਖਿਤਾਬ ਜਿਹੜਾ ਆ ਉਹ ਦਸ਼ਮੇਸ਼ ਪਿਤਾ ਨੇ ਸਦੀਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਦਿੱਤਾ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਦਾ ਰੋਲ ਆਪ ਹੀ ਪ੍ਰਮਾਤਮਾ ਅਦਾ ਕਰ ਰਹੇ ਆ ਅਤੇ ਉਹ ਸਾਨੂੰ ਸਾਰਾ ਭੇਦ ਦੇ ਰਹੇ। ਸਭ ਤੋਂ ਜਿਹੜੀ ਆਖਰੀ ਕੁੰਜੀ ਹੁੰਦੀ ਆ ਉਹ ਸਤਿਗੁਰੂ ਦੇ ਹੱਥ ਆ, ਜਿਹਨੂੰ ਮਾਰੇ ਕਹਿੰਦੇ ਸਤਿਗੁਰ ਹੱਥ ਕੁੰਜੀ ਹੋਰਤ ਦਰ ਖੁੱਲ੍ਹੈ ਨਾਹੀਂ ਗੁਰ ਪੂਰੈ ਭਾਗ ਮਿਲਾਵਣਿਆ। ਇਹ ਤਾਂ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਸਾਨੂੰ ਕੋਈ ਗੁੰਮਰਾਹ ਨਾ ਕਰ ਸਕੇ ਕਿ ਲੋਕ ਐਸੇ ਆ ਉਹ ਗਲਤ ਪਾਸੇ ਲੋਕਾਂ ਨੂੰ ਲਾਉਂਦੇ ਆ ਅਤੇ ਉਹ ਫਿਰ ਮਰਿਆਦਾ ਜਿਹੜੀ ਦਸ਼ਮੇਸ਼ ਪਿਤਾ ਨੇ ਕਾਇਮ ਕੀਤੀ ਹੋਈ ਆ ਉਹਨੂੰ ਭੰਗ ਕਰਦੇ ਆ। ਹੁਣ ਸਿੱਖ ਜਿਹੜਾ ਆ ਜਦੋਂ ਉਹਦੇ ਅੰਦਰ ਪੂਰਨ ਜੋਤ ਜਾਗਦੀ ਆ ਅਤੇ ਮਹਾਰਾਜ ਨੇ ਦੱਸਿਆ ਹੋਇਆ ਕਿ ਉਹਦੇ ਵਿੱਚ ਦਸ਼ਮੇਸ਼ ਪਿਤਾ ਨੇ ਕਿਹਾ ਹੋਇਆ ਕਿ ਉਹਦੇ ਵਿੱਚ ਮੇਰੇ ਵਿੱਚ ਪ੍ਰਮਾਤਮਾ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ, ਉਹਨੂੰ ਅੰਦਰੋਂ ਅੰਮ੍ਰਿਤ ਰਸ ਆਉਂਦਾ। ਕਹਿੰਦੇ ਆਤਮ ਰਸ ਜੋ ਜਾਣਹੀ ਸੋ ਹੈ ਖਾਲਸ ਦੇਵ। ਕਹਿੰਦੇ ਜਿਨ੍ਹਾਂ ਨੇ ਉਹ ਆਤਮ ਰਸ ਦੀ ਜਾਣਕਾਰੀ ਲੈ ਲਈ, ਅੰਦਰੋਂ ਉਹਨਾਂ ਨੂੰ ਰਸ ਆ ਰਿਹਾ, ਉਹਨਾਂ ਦੇ ਅੰਦਰ ਜੋਤ ਜਾਗੇ, ਜਿਹਨੂੰ ਮਾਰੇ ਕਹਿੰਦੇ ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨ ਖਾਲਸ ਜਾਣੇ। ਫਿਰ ਕਹਿੰਦੇ ਆਤਮ ਰਸ ਜੇ ਜਾਣੀ ਸੋ ਹੈ ਖਾਲਸ ਦੇਵ ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀਂ ਭੇਵ। ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਕਿ ਉਹਨਾਂ ਵਿੱਚ ਪ੍ਰਮਾਤਮਾ ਵਿੱਚ ਅਤੇ ਸਿੱਖ ਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ। ਗੁਰੂ ਸਾਹਿਬ ਤਾਂ ਆਪਣੇ ਸਿੱਖ ਨੂੰ ਇੱਥੇ ਤੱਕ ਵਡਿਆਈ ਦਿੰਦੇ, ਕਹਿੰਦੇ ਖਾਲਸਾ ਮੇਰੋ ਸਤਿਗੁਰ ਪੂਰਾ ਖਾਲਸਾ ਮੇਰੋ ਸੱਜਣ ਸੂਰਾ, ਕਿ ਉਹ ਸਮਝਾਉਂਦੇ ਆ ਸਾਨੂੰ ਕਿ ਉਹਨਾਂ ਦੇ ਵਿੱਚ ਕੋਈ ਫਰਕ ਨਹੀਂ ਹੈਗਾ, ਸਤਿਗੁਰ ਅੰਦਰੋਂ ਉਹ ਇੱਕ ਹੀ ਆ। ਪਰ ਜਿਹੜਾ ਸਿੱਖ ਹੁੰਦਾ ਹੈ ਨਾ, ਹੁਣ ਦ੍ਰਿਸ਼ਟਮਾਨ ਵਿੱਚ ਉਦਾਹਰਨ ਦੇ ਦਿੰਦੇ ਆ। ਹੁਣ ਪਿਤਾ ਆਪਣੇ ਬੱਚੇ 'ਤੇ ਖੁਸ਼ ਹੋ ਜਾਏ ਕਿ ਇਹ ਮੇਰੇ ਵਰਗਾ ਹੋ ਗਿਆ। ਜਿਹੜਾ ਅੱਛਾ ਬੱਚਾ ਹੁੰਦਾ ਉਹ ਫਿਰ ਵੀ ਆਪਣੇ ਪਿਤਾ ਦੀ ਬਰਾਬਰੀ ਨਹੀਂ ਕਦੇ ਕਰਦਾ, ਭਾਵੇਂ ਪਿਤਾ ਨੇ ਉਹਦੀ ਵਡਿਆਈ ਕੀਤੀ ਕਿ ਮੇਰੇ ਵਰਗਾ ਹੋ ਗਿਆ। ਇੱਦਾਂ ਹੀ ਜਿਹੜੇ ਗੁਰਸਿੱਖ ਹੁੰਦੇ ਆ ਉਹ ਹਮੇਸ਼ਾ ਹੀ ਗੁਰੂ ਸਾਹਿਬ ਦੇ ਸਿੱਖ ਖਵਾਉਂਦੇ ਆ, ਭਾਵੇਂ ਜਿੰਨੀ ਮਰਜ਼ੀ ਅਵਸਥਾ ਹੋ ਜਾਏ, ਕਿਉਂਕਿ ਉਹ ਸਤਿਗੁਰ ਦੀ ਜਿਹੜੀ ਬੇਅੰਤ ਅਵਸਥਾ ਆ ਉਹਨਾਂ ਨਾਲ ਇੱਕਮਿਕ ਹੋ ਸਕਦੇ ਅੰਦਰੋਂ। ਪਰ ਗੁਰਸਿੱਖ ਨੇ ਹਮੇਸ਼ਾ ਗੁਰਸਿੱਖ ਦੀ ਡਿਊਟੀ ਨਿਭਾਉਣੀ ਹੈ ਅਤੇ ਉਹ ਫਿਰ ਮਰਿਆਦਾ ਜਿਹੜੀ ਆ ਦਸ਼ਮੇਸ਼ ਪਿਤਾ ਨੇ ਚਲਾਈ ਹੋਈ ਕਿ ਸਤਿਗੁਰੂ ਦਾ ਖਿਤਾਬ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਵਰਤਣਾ, ਅਤੇ ਗੁਰੂ ਦੀ ਡਿਊਟੀ ਉਦੋਂ ਹੀ ਸਿੱਖ ਨਿਭਾ ਸਕਦਾ ਜਦੋਂ 5 ਪਿਆਰਿਆਂ ਦੇ ਵਿੱਚ ਹੁੰਦੇ ਆ। ਉਹ ਕਦੇ ਵੀ ਉਸ ਮਰਿਆਦਾ ਨੂੰ ਗੁਰਸਿੱਖ ਭੰਗ ਨਹੀਂ ਕਰਦੇ। ਤੁਹਾਨੂੰ ਇੱਕ ਦੱਸ ਦਿੰਦੇ, ਇੱਕ ਵਾਰੀ ਹੋਈ ਘਟਨਾ ਕਿ ਇੱਦਾਂ ਹੀ ਕਿਸੇ ਹੋਰ ਸੰਸਥਾਵਾਂ ਦੇ ਨਾਲ ਜਿਹੜੇ ਇੱਦਾਂ ਜੁੜੇ ਹੋਏ ਸੀ, ਉਹ ਪਿਤਾ ਜੀ ਦਾ ਪ੍ਰਚਾਰ ਸੁਣਦੇ ਸੁਣਦੇ ਇੱਦਾਂ ਸੰਗਤ ਕਰਨ ਲੱਗ ਪਏ। ਅਤੇ ਪਿਤਾ ਜੀ ਨੂੰ ਇੱਕ ਵਾਰੀ ਇੱਕ ਜੀਵ ਕਹਿੰਦਾ ਕਿ ਤੁਸੀਂ ਕਿਉਂ ਨਹੀਂ ਕੁਛ ਖਵਾਉਂਦੇ, ਤੁਸੀਂ ਤਾਂ ਸਿਰਫ ਭਾਈ ਸੇਵਾ ਸਿੰਘ ਜੀ ਖਵਾਉਂਦੇ ਆ, ਭਾਈ ਸੇਵਾ ਸਿੰਘ ਜੀ ਤਰਮਾਲਾ, ਤੁਸੀਂ ਕੁਛ ਹੋਰ ਕਿਉਂ ਨਹੀਂ ਖਵਾਉਂਦੇ। ਅਤੇ ਪਿਤਾ ਜੀ ਉਹਨਾਂ ਨੂੰ ਕਹਿੰਦੇ ਕਿ ਅਸੀਂ ਸਮਝਦੇ ਹਾਂ ਕਿ ਜਿਹੜਾ ਸਿੱਖ ਆ ਉਹਦੀ ਹੀ ਡਿਊਟੀ ਬਹੁਤ ਔਖੀ ਆ ਨਿਭਾਉਣੀ। ਸਿੱਖ ਜਿਹੜਾ ਆ ਉਹ ਆਪਣੀ ਡਿਊਟੀ ਨਿਭਾਉਣੀ ਸਮਝਦਾ ਕਿ ਇਹੀ ਬਹੁਤ ਮੁਸ਼ਕਿਲ ਆ। ਇੱਦਾਂ ਨਿਮਰਤਾ ਹੁੰਦੀ ਹੈ ਗੁਰਸਿੱਖ ਦੇ ਵਿੱਚ, ਉਹ ਹਮੇਸ਼ਾ ਹੀ ਆਪਣੇ ਆਪ ਨੂੰ ਗੁਰੂ ਦਾ ਸਿੱਖ ਖਵਾਉਣਾ ਚਾਹੁੰਦਾ। ਇੱਦਾਂ ਹੀ ਪਿਤਾ ਜੀ ਹੁਣੇ ਜਦੋਂ ਪ੍ਰਚਾਰ ਕਰਦੇ ਹੁੰਦੇ ਸੀ ਇੰਡੀਆ, ਮੈਨੂੰ ਚੇਤੇ ਕਿ ਉਹ ਕਲਾਸਾਂ ਲਾਉਂਦੇ ਹੁੰਦੇ ਸੀ, ਇਕੱਠ ਕਥਾ ਇੱਦਾਂ ਕਰਦੇ ਸੀਗੇ ਅਤੇ ਨਾਲ ਸਾਰਿਆਂ ਨੂੰ ਅਭਿਆਸ ਕਰਾਉਣਾ। ਅਤੇ ਫਿਰ ਉਹਨਾਂ ਨੇ ਸਵਾਲ ਪੁੱਛਣਾ। ਸਵਾਲ ਇਹ ਪੁੱਛਿਆ ਇੱਕ ਵਾਰੀ, ਅਸੀਂ ਉੱਥੇ ਕਲਾਸ 'ਚ ਬੈਠੇ ਸੀ, ਕਹਿੰਦੇ ਕਿ ਤੁਸੀਂ ਦੱਸੋ ਕਿ ਸਾਰਿਆਂ ਨਾਲੋਂ ਸਾਡੇ ਨਜ਼ਦੀਕ ਪਿਆਰਾ ਸਾਨੂੰ ਕੌਣ ਹੁੰਦਾ ਆ, ਗੁਰਬਾਣੀ ਰਾਹੀਂ ਦੱਸੋ। ਅਤੇ ਉਹ ਕੌਣ ਹੁੰਦਾ ਹੈ? ਪਰਿਵਾਰ ਦੇ ਮੈਂਬਰ ਹੁੰਦਾ ਹੈ, ਸੰਤ ਹੁੰਦੇ ਆ, ਭਗਤ ਹੁੰਦੇ ਆ, ਗੁਰੂ ਸਾਹਿਬਾਨ, ਇੱਦਾਂ ਸਤਿਗੁਰੂ ਉਹ ਹੁੰਦੇ ਆ। ਕੌਣ ਆ ਸਾਰਿਆਂ ਨਾਲੋਂ ਪਿਆਰਾ? ਅਤੇ ਉਹਨਾਂ ਨੇ ਫਿਰ ਸਵਾਲ ਐਂਡ 'ਤੇ ਇੱਦਾਂ ਕਰ ਦੇਣਾ ਅਤੇ ਫਿਰ ਸੰਗਤ ਨੇ ਇੱਦਾਂ ਖੋਜ ਕਰਨੀ ਕਿ ਗੁਰਬਾਣੀ 'ਚ ਕਿੱਥੇ ਲਿਖਿਆ ਹੈ ਕਿ ਕੌਣ ਸਭ ਤੋਂ ਪਿਆਰਾ ਹੈ। ਹੁਣ ਕਈਆਂ ਨੂੰ ਪਤਾ ਹੋਊਗਾ ਇਸ ਗੱਲ ਦਾ, ਕਈਆਂ ਨੂੰ ਨਹੀਂ, ਪਰ ਤੁਹਾਨੂੰ ਸੁਣਾ ਦਿੰਦੇ ਆ ਕਿ ਗੁਰਸਿੱਖ ਨੂੰ ਸਾਰਿਆਂ ਨਾਲੋਂ ਪਿਆਰਾ ਉਹਨਾਂ ਦਾ ਸਤਿਗੁਰੂ ਹੁੰਦਾ। ਮਹਾਰਾਜ ਕਹਿੰਦੇ ਆ, ਮੇਰੇ ਸਤਿਗੁਰਾਂ ਮੈਂ ਤੁਝ ਬਿਨ ਅਵਰ ਨ ਕੋਏ, ਹਮ ਮੂਰਖ ਮੁਗਧ ਸਰਨਾਗਤੀ ਕਰ ਕਿਰਪਾ ਮੇਲੇ ਹਰ ਸੋਏ। ਕਿ ਸਤਿਗੁਰ ਸਾਡੇ ਲਈ, ਗੁਰਸਿੱਖ ਲਈ ਸਾਰਿਆਂ ਨਾਲੋਂ ਨਜ਼ਦੀਕ ਹੁੰਦੇ ਆ। ਸਾਰਿਆਂ ਨਾਲੋਂ ਜ਼ਿਆਦਾ ਪਿਆਰ ਗੁਰਸਿੱਖ ਆਪਣੇ ਸਤਿਗੁਰੂ ਨਾਲ ਕਰਦਾ, ਆਪਣੇ ਪਰਿਵਾਰ ਨਾਲੋਂ ਵੀ ਵੱਧ ਪਿਆਰ ਆਪਣੇ ਸਤਿਗੁਰੂ ਨਾਲ ਕਰਦਾ ਆ ਜਿਹੜਾ ਗੁਰਸਿੱਖ ਆ। ਐਸਾ ਗੁਰਸਿੱਖ ਜਿਹੜਾ ਆ ਉਹ ਫਿਰ ਜਦੋਂ
ਇਹਦਾ ਸੰਸਾਰ ਵਿੱਚ ਵਿਚਰਦਾ ਆ, ਉਹਨੂੰ ਪਤਾ ਹੈ ਕਿ ਮੈਂ ਇਸੇ ਸਤਿਗੁਰ ਨਾਲ ਅੰਦਰੋਂ ਮਿਲਾਪ ਕਰਨਾ ਆ ਜੋ ਪ੍ਰਕਾਸ਼ ਰੂਪ ਦੇ ਵਿੱਚ ਆ। ਸੋ ਅੱਜ ਥੋੜ੍ਹੀ ਜਿਹੀ ਇਹਦਾ ਜਾਣਕਾਰੀ ਦਿੱਤੀ ਹੋਈ ਹੈ ਕਿ 5 ਸ਼ਬਦਾਂ ਬਾਰੇ। ਦ੍ਰਿਸ਼ਟਮਾਨ ਦੇ ਵਿੱਚ ਕਿਹੜੇ ਸ਼ਬਦ ਲੋਕੀ ਦਿੰਦੇ ਆ, ਸਤਿਗੁਰ ਦਾ ਭੇਦ ਲਿਆ। ਇੱਦਾਂ ਹੀ ਪਿਤਾ ਜੀ ਹੁਣੀ ਸਾਨੂੰ ਜਦੋਂ ਸਿੱਖਿਆ ਦਿੰਦੇ ਸੀ ਨਾ ਕਿ ਕਿਵੇਂ ਕਿਵੇਂ ਇੱਦਾਂ ਗੁਰਬਾਣੀ ਦੀ ਵਿਚਾਰ ਕਰਨੀ, ਉਹਨਾਂ ਤੋਂ ਫਿਰ ਸਾਨੂੰ ਇਹਦਾ ਸਿੱਖਿਆ ਮਿਲਦੀ ਸੀਗੀ ਅਤੇ ਉਹ ਸਾਨੂੰ ਬੁਝਾਰਤਾਂ ਪਾਉਂਦੇ ਹੁੰਦੇ ਸੀ। ਇੱਦਾਂ ਹੀ ਅੱਜ ਅਸੀਂ ਤੁਹਾਨੂੰ ਬੁਝਾਰਤ ਪਾ ਲੈਂਦੇ ਹਾਂ, ਤੁਸੀਂ ਲੱਭਣਾ ਆ। ਜੇ ਤੁਹਾਨੂੰ ਐਂਸਰ ਮਿਲ ਜਾਏ ਤਾਂ ਤੁਸੀਂ ਭਾਵੇਂ ਈਮੇਲ 'ਤੇ ਭੇਜ ਦਿਓ universityofdivinestudies@gmail.com, ਜਾਂ ਸਾਨੂੰ ਜਿਹਨਾਂ ਨੂੰ ਸਾਡਾ ਨੰਬਰ ਆ ਉਹ 'ਤੇ ਭੇਜ ਦਿਓ। ਅਤੇ ਅਸੀਂ ਸਵਾਲ ਕਰਕੇ ਸਮਾਪਤੀ ਕਰ ਲੈਣੀ ਆ। ਉਹ ਸਵਾਲ ਇਹ ਆ, ਬੁਝਾਰਤ ਆ, ਗੁਰਬਾਣੀ ਦੇ ਵਿੱਚ ਦੱਸਿਆ ਹੋਇਆ ਕਿ ਇੱਕ ਐਸਾ ਪੰਛੀ ਆ ਜਿਹੜਾ ਇੱਕ ਦਰੱਖਤ ਦੇ ਵਿੱਚ ਵੱਸਦਾ ਆ, ਪਰ ਉਹ ਦਰੱਖਤ ਐਸਾ ਆ ਕਿ ਉਹਦੀਆਂ ਸ਼ਾਖਾਂ ਜਿਹੜੀਆਂ ਨੀਚੇ ਆ ਅਤੇ ਜੜ੍ਹਾਂ ਜਿਹੜੀਆਂ ਉੱਪਰ ਆ। ਉਹ ਤੁਸੀਂ ਲੱਭ ਕੇ ਦੱਸਿਓ ਜ਼ਰੂਰ ਸਾਨੂੰ ਕਿਸੇ ਦਿਨ। ਅਤੇ ਜੇ ਤੁਸੀਂ ਚਾਹੁੰਦੇ ਆ, ਤੁਸੀਂ ਇਹ ਸਵਾਲ YouTube ਦੇ ਚੈਨਲ 'ਤੇ, ਜਿਹੜਾ ਸੁਖ ਸਹਿਜ ਚੈਨਲ ਹੈ, ਉਹਨਾਂ ਦੇ ਕਮੈਂਟਸ ਦੇ ਵਿੱਚ ਵੀ ਕਿਤੇ ਪਾ ਸਕਦੇ ਆ। ਅਤੇ ਇਹ ਤੁਸੀਂ ਲੱਭਣਾ ਆ। ਇਹਦੇ ਨਾਲ ਕੀ ਹੁੰਦਾ ਹੈ ਕਿ ਪਿਤਾ ਜੀ ਨੇ ਸਾਨੂੰ ਇਹ ਸਿੱਖਿਆ ਦਿੱਤੀ ਸੀਗੀ ਕਿ ਇਸ ਤਰੀਕੇ ਨਾਲ ਸਵਾਲ ਜਵਾਬ ਸਾਨੂੰ ਗੁਰਬਾਣੀ ਵਿੱਚ ਕੀਤੇ ਹੋਏ ਆ। ਫਿਰ ਜਿਹੜਾ ਜਗਿਆਸੂ ਆ ਉਹ ਇਹਦਾ ਗੁਰੂ ਸਾਹਿਬ ਨਾਲ ਜੁੜਦਾ ਆ, ਉਹ ਖੋਜ ਕਰਦਾ ਗੁਰਬਾਣੀ ਦੀ। ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਅਸੀਂ ਖੋਜ ਕਰਨਾ ਹੁੰਦਾ, ਨੋਟ ਕਰਨਾ ਹੁੰਦਾ ਕਿ ਮਹਾਰਾਜ ਨੇ ਕੀ ਕਿਹਾ ਆ। ਇੱਦਾਂ ਹੀ ਨਹੀਂ ਕਿ ਅਸੀਂ ਪੜ੍ਹ ਲੈਣਾ ਅਤੇ ਫਿਰ ਗੌਰ ਹੀ ਨਹੀਂ ਕਰਨੀ ਕਿ ਮਹਾਰਾਜ ਨੇ ਕੀ ਕਿਹਾ। ਉਹ ਦੇਖਣਾ ਹੁੰਦਾ, ਸੁਣਨਾ ਹੁੰਦਾ ਕਿ ਮਹਾਰਾਜ ਦੇ ਬਚਨ ਕੀ ਆ, ਮਹਾਰਾਜ ਸਾਨੂੰ ਕੀ ਦੱਸ ਰਹੇ ਆ, ਕਿਵੇਂ ਅਸੀਂ ਪ੍ਰੈਕਟੀਕਲ ਕਰੀਏ। ਇੱਦਾਂ ਹੀ ਮਹਾਰਾਜ ਨੇ ਦੱਸਿਆ ਹੋਇਆ ਕਿ ਐਸਾ ਪੰਛੀ ਆ, ਉਹ ਇੱਕ ਦਰੱਖਤ ਦੇ ਵਿੱਚ ਵੱਸਦਾ ਆ, ਪਰ ਉਹ ਦਰੱਖਤ ਦੀਆਂ ਜਿਹੜੀਆਂ ਸ਼ਾਖਾਂ ਨੀਚੇ ਆ, ਜੜ੍ਹਾਂ ਉੱਪਰ ਆ। ਤੁਸੀਂ ਬੁੱਝਣਾ ਆ ਕਿ ਉਹ ਦਰੱਖਤ ਕਿਹੜਾ ਆ, ਸ਼ਾਖਾਂ ਕਿਹੜੀਆਂ ਆ, ਜੜ੍ਹਾਂ ਕਿਹੜੀਆਂ ਆ, ਅਤੇ ਉਹ ਪੰਛੀ ਕਿਹੜਾ ਆ। ਸੋ ਅੱਜ ਇੰਨੀਆਂ ਹੀ ਬੇਨਤੀਆਂ ਸਨ। ਜੇ ਬੋਲਦਿਆਂ ਹੋਇਆ ਕੋਈ ਵੀ ਅੱਖਰ ਵਾਧਾ ਘੱਟ ਭੁੱਲ ਚੁੱਕ ਹੋ ਗਿਆ ਹੋਵੇ, ਅਣਜਾਣ ਸਮਝ ਕੇ ਮੁਆਫ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।